ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ, ਸੱਜ ਜਾਓ ਪ੍ਰੇਮ ਨਾਲ ਗੁਰੂ ਸਾਹਿਬ ਜੀ ਦੀ ਲੜੀਵਾਰ ਕਥਾ ਸਰਵਣ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚੁ ਜੁਗਾਦਿ ਸਚੁ ਹੈ ਵੀ ਸਚੁ ਨਾਨਕ ਹੋਸੀ ਵੀ ਸਚੁ। ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜਿਹ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕਿਹ। ਅਚਲ ਮੂਰਤ ਅਨਭਉ ਪ੍ਰਕਾਸ਼ ਅਮਿਤੋ ਜਕਹਿਜੈ ਕੋਟਿ ਇੰਦਰ ਇੰਦਰਾਣ ਸਾਹੀ ਸਾਹਾਣ ਗਣਿਜੈ ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਣ ਕਹਿਤ ਤੈ ਸਰਬ ਨਾਮ ਕਥ ਕਵਨ ਕਰਮ ਨਾਮ ਬਰਨਤ ਸੁਮਤ ਨਿਰਜੁਰ ਨਿਰੂਪ ਹੋ ਕੇ ਸੁੰਦਰ ਸਰੂਪ ਹੋ ਕੇ ਊਪਨ ਕੇ ਪੂਪ ਹੋ ਕੇ ਦਾਤਾ ਮਹਾਦਾਨ ਹੋ ਪ੍ਰਾਨ ਕੇ ਬਚਈਆ ਦੂਧ ਪੂਤ ਕੇ ਦੇਵਈਆ ਰੋਗ ਸੋਗ ਕੇ ਮਿਟਈਆ ਕੇ ਦਉ ਮਾਨੀ ਮਹਾਮਾਨ ਹੋ ਵਿਦਿਆ ਕੇ ਵਿਚਾਰ ਹੋ ਕੇ ਅਦਵੈ ਅਵਤਾਰ ਹੋ ਕੇ ਸਿੱਧਤਾ ਕੀ ਸੂਰਤ ਹੋ ਕੇ ਸੁੱਧਤਾ ਕੀ ਸਾਨ ਹੋ ਜੋਬਨ ਕੇ ਜਾਲ ਹੋ ਕੇ ਕਾਲ ਹੂੰ ਕੇ ਕਾਲ ਹੋ ਕੇ ਸਤਰਨ ਕੇ ਸੂਲ ਹੋ ਕੇ ਮਿੱਤਰਨ ਕੇ ਪ੍ਰਾਨ ਹੋ ਅਮਯ ਦ੍ਰਿਸ਼ਟ ਸ਼ੁਭ ਕਰੈ ਹਰੈ ਅਗ ਪਾਪ ਸਕਲ ਮਲ ਕਾਮ ਕ੍ਰੋਧ ਅਰ ਲੋਭ ਮੋਹ ਵਾਸ ਕਰੈ ਸਭੈ ਬਲ ਸਦਾ ਸੁਖ ਮਨ ਵਸੈ ਦੁਖ ਸੰਸਾਰਹਿ ਖੋਵੈ
ਗੁਰ ਨਵ ਨਿਧ ਦਰਿਆਊ ਜਨਮ ਹਮ ਕਾਲਖ ਧੁਵੈ ਸੋ ਕਹੋ ਟਲ ਗੁਰ ਸੇਵੀਐ ਅਹਨਿਸ ਸਹਿਜ ਸੁਭਾਈ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਈ ਦਰਸ਼ਨ ਪਿਆਸੀ ਦਿਨ ਰਾਤ ਚਿਤਵਾਉ ਅਨ ਦਿਨ ਨੀਤ ਖੋਲ ਕਪਟ ਗੁਰ ਮੇਲੀਆ ਨਾਨਕ ਹਰਿ ਸੰਗ ਮੀਤ ਕਹਾ ਬੁੱਧ ਪ੍ਰਭ ਤੋਸ਼ ਹਮਾਰੀ ਵਰਨ ਸਕਾ ਮਹਿਮਾ ਜੋ ਤਿਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲੈ ਹੋ ਤੁਮ ਕਥਾ ਸੁਧਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲੈ ਹੋ ਤੁਮ ਕਥਾ ਸੁਧਾਰੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਗੌੜੇ ਮਹੱਲਾ ਪੰਜਵਾ ਹਰ ਸਿਮਰਤ ਸਭ ਮਿਟਹਿ ਕਲੇਸ਼ ਚਰਨ ਕਮਲ ਮਨ ਮਹਿ ਪਰਵੇਸ਼ ਹਰ ਸਿਮਰਤ ਸਭ ਮਿਟਹਿ ਕਲੇਸ਼ ਚਰਨ ਕਮਲ ਮਨ ਮਹਿ ਪਰਵੇਸ਼ ਉਚ ਰਹੋ ਰਾਮ ਨਾਮ ਲਖ ਬਾਰੇ ਅੰਮ੍ਰਿਤ ਰਸ ਪੀਵਹੁ ਪ੍ਰਭ ਪਿਆਰੇ ਰਹਾਉ ਸੁਖ ਸਹਿਜ ਰਸ ਮਹਾ ਆਨੰਦਾ ਜਪ ਜਪ ਜੀਵੇ ਪਰਮਾਨੰਦਾ ਕਾਮ ਕ੍ਰੋਧ ਲੋਭ ਮਦ ਖੋਏ ਸਾਧ ਕੈ ਸੰਗ ਕਿਲ ਬਿਖ ਸਭ ਤੋਏ ਕਰ ਕਿਰਪਾ ਪ੍ਰਭ ਦੀਨ ਦਇਆਲ ਨਾਨਕ ਦੀਜੈ ਸਾਧ ਰਵਾਲਾ ਕਰ ਕਿਰਪਾ ਪ੍ਰਭ ਦੀਨ ਦਇਆਲਾ ਨਾਨਕ ਦੀਜੈ ਸਾਧ ਰਵਾਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਗਰੀਬ ਨਿਵਾਜ ਧੀਰਜ ਧਾਰੀ ਪਰ ਉਪਕਾਰੀ ਮਜ਼ਲੂਮਾਂ ਦੇ ਰਕਸ਼ਕ ਦੈਂਤਾਂ ਦੇ ਬਖਸ਼ਕ ਕਲਗੀਧਰ ਦਸ਼ਮੇਸ਼ ਪਿਤਾ ਚੋਜੀ ਪ੍ਰੀਤਮ
ਪੰਥ ਦੇ ਵਾਲੀ, ਅੰਮ੍ਰਿਤ ਕੇ ਦਾਤੇ, ਤਖਤਾਂ ਵਾਲੇ, ਤਾਜਾਂ ਵਾਲੇ, ਫੌਜਾਂ ਵਾਲੇ, ਬਾਜਾਂ ਵਾਲੇ, ਨੀਲੇ ਦੇ ਸ਼ਾਹ ਅਸਵਾਰ, ਗੁਰੂ ਗਰੀਬ ਨਿਵਾਜ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਸਰਬਤ ਜੀਵਾਂ ਦੇ ਉੱਪਰ ਬੇਅੰਤ ਕਿਰਪਾਲਤਾ, ਦਇਆਲਤਾ, ਰਹਿਮਤ, ਬਖਸ਼ਿਸ਼ ਕਰਕੇ ਦਸਾਂ ਹੀ ਪਾਤਸ਼ਾਹੀਆਂ ਜੀ ਦੇ ਪਾਵਨ ਆਤਮਿਕ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਦੀ ਪਾਵਨ ਗੋਦ ਦੀ ਹਾਜ਼ਰੀ ਬਖਸ਼ ਕਰਕੇ ਸਭਨਾਂ ਨੂੰ ਨਿਹਾਲ ਕਿਰਤਾਰਥ ਕਰ ਰਹੇ ਨੇ। ਵਡਭਾਗੀ ਜਨਾਂ ਨੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਸਤਜੁਗੀ ਤਪ ਸਥਾਨ ਸੱਚਖੰਡ ਤਖਤ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਜੀ ਵਿਖੇ ਹਾਜ਼ਰੀਆਂ ਭਰ ਕੇ ਸਤਿਗੁਰੂ ਜੀ ਦੀ ਅੰਮ੍ਰਿਤ ਗੁਰਬਾਣੀ ਦੁਆਰਾ ਆਤਮਿਕ ਲਾਹੇ ਲੈਣ ਦਾ ਯਤਨ ਕੀਤਾ ਹੈ। ਹੁਣ ਵਕਤ ਹੈ ਸਤਿਗੁਰੂ ਜੀ ਦੀ ਪਾਵਨ ਅੰਮ੍ਰਿਤਮਈ ਗੁਰਬਾਣੀ ਦੀ ਲੜੀਵਾਰ ਕਥਾ ਵਿਚਾਰ ਸਰਵਣ ਕਰਨੇ ਦਾ। ਸਭ ਤੇ ਊਤਮ ਹਰਿ ਕੀ ਕਥਾ, ਨਾਮ ਸੁਨਤ ਦਰਦ ਦੁਖ ਲੱਥਾ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਮੁਬਾਰਕ ਚਰਨਾਂ ਦਾ ਧਿਆਨ ਧਰਦਿਆਂ ਹੋਇਆਂ ਮਨ ਚਿੱਤ ਬਿਰਤੀਆਂ ਇਕਾਗਰ ਕਰਕੇ ਸਤਿਗੁਰੂ ਜੀ ਦਾ ਪਾਵਨ ਨਾਮ ਉਚਾਰਨ ਕਰਕੇ ਕਥਾ ਸਰਵਣ ਕਰੀਏ। ਸਹਿਤ ਪਿਆਰ ਦੇ ਉਚਾਰਣਾ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਜੀ। ਗੌੜੇ ਮਹੱਲਾ ਪੰਜਵਾਂ। ਸਾਹਿਬ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪੰਜਵੇਂ ਸਰਗੁਣ ਸਰੂਪ, ਧੀਰਜ ਧਾਰੀ, ਗਰੀਬ ਨਿਵਾਜ, ਸ਼ਹੀਦਾਂ ਦੇ ਸਿਰਤਾਜ, ਸ਼ਾਂਤੀ ਦੇ ਪੁੰਜ, ਗੁਰਬਾਣੀ ਦੇ ਮੁਜੱਸਮੇ, ਸਰਬਤ ਜੀਵਾਂ ਦਾ ਭਲਾ ਉਧਾਰ ਕਰਨੇ ਵਾਲੇ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਪਾਸ ਜਗਿਆਸੂ ਜਨਾਂ ਨੇ ਬੇਨਤੀ ਕੀਤੀ ਹੈ, ਹੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ, ਆਪ ਜੀ ਆਪਣੀ ਪਵਿੱਤਰ ਰਸਨਾ ਦੇ ਨਾਲ ਉਪਦੇਸ਼ ਫਰਮਾਉਂਦੇ ਹੋ ਕਿ ਸਾਰੇ ਹੀ ਨਾਮ ਜਪੋ। ਮਹਾਰਾਜ ਆਪ ਜੀ ਦੇ ਘਰ ਦੇ ਗੁਰਸਿੱਖ ਪਿਆਰੀ, ਗੁਰਮੁਖ, ਸਾਧੂ, ਵਿਦਵਾਨ, ਸੰਤ, ਮਹਾਤਮਾ ਸਾਰੇ ਹੀ ਆਪ ਜੀ ਦੇ ਬਚਨਾਂ ਦੇ ਅਨੁਸਾਰ ਬਚਨ ਕਰਦੇ ਨੇ ਜੀ। ਸਤਿਗੁਰੂ ਜੀ ਦਾ ਹੁਕਮ ਹੈ ਨਾਮ ਜਪੋ। ਗਰੀਬ ਨਿਵਾਜ ਸਾਹਿਬ ਜੀ ਆਪ ਜੀ ਦੁਆਰਾ, ਗੁਰਬਾਣੀ ਦੁਆਰਾ, ਸਿੱਖਾਂ ਦੀ ਰਸਨਾ ਦੁਆਰਾ ਨਾਮ ਜਪਣੇ ਦਾ ਉਪਦੇਸ਼ ਹੀ ਸਭਨਾਂ ਤੋਂ ਪ੍ਰਾਪਤ ਹੁੰਦਾ ਹੈ। ਗਰੀਬ ਨਿਵਾਜ ਕਿਰਪਾਲਤਾ ਕਰਕੇ ਇਹ ਦੱਸੋ ਜੀ, ਜੇ ਅਸੀਂ ਨਾਮ ਜਪਾਂਗੇ ਤੇ ਸਾਨੂੰ ਪ੍ਰਾਪਤ ਕੀ ਹੋਵੇਗਾ? ਕਿਉਂਕਿ ਸਾਧ ਸੰਗਤ ਜੀ ਸਾਡੇ ਮਨ ਐਸੇ ਹੀ ਨੇ ਨਾ, ਹਰ ਚੀਜ਼ ਦੇ ਵਿੱਚੋਂ ਪਹਿਲਾਂ ਅਸੀਂ ਆਪਣਾ ਮੁਨਾਫਾ ਭਾਲਦੇ ਹਾਂ। ਜਿੱਥੇ ਸਾਡਾ ਲਾਭ ਹੋਵੇ ਉਹੀ ਕੰਮ ਕਰੀਏ। ਤੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਕਿਰਪਾਲਤਾ ਕਰਕੇ ਸਾਨੂੰ ਉਪਦੇਸ਼ ਬਖਸ਼ਿਸ਼ ਕਰਨਾ ਕਰੋ। ਮਹਾਰਾਜ ਨਾਮ ਜਪਾਂਗੇ ਸਾਨੂੰ ਮਿਲੇਗਾ ਕੀ? ਨਾਮ ਜਪਣ ਦਾ ਫਾਇਦਾ ਕੀ ਹੁੰਦਾ ਹੈ? ਭਾਵੇਂ ਕਿ ਸਾਧ ਸੰਗਤ ਜੀ ਸਤਿਗੁਰੂ ਸਾਹਿਬ ਜੀ ਦੇ ਬਚਨ ਨੇ ਕਿ ਜਿਹੜਾ ਨਿਸ਼ਕਾਮ ਹੋ ਕਰਕੇ ਸਤਿਗੁਰੂ ਜੀ ਦਾ ਹੁਕਮ ਮੰਨਣ ਰੂਪੀ ਸੇਵਾ ਕਰਦਾ ਨਾ, ਉਸ ਨੂੰ ਸਾਹਿਬ ਜੀ ਦੀ ਹੀ ਪ੍ਰਾਪਤੀ ਹੋ ਜਾਂਦੀ ਹੈ। ਪਰ ਅਸੀਂ ਸਾਹਿਬ ਜੀ ਦੀ ਪ੍ਰਾਪਤੀ ਤੋਂ ਥੱਲੇ ਰਹਿ ਕਰਕੇ ਭਾਵ ਬੁੱਧੀ ਦੇ ਤਲ ਤੇ ਹੀ ਸੋਚਣ ਵਾਲੇ ਇਨਸਾਨ ਤੇ ਜਿੱਥੋਂ ਤੱਕ ਸਾਡੇ ਬੁੱਧੀ ਦੀ ਸੋਚ ਜਾਂਦੀ ਹੈ, ਸਮਝ ਜਾਂਦੀ ਹੈ, ਉੱਥੋਂ ਤੱਕ ਹੀ ਸਾਡੇ ਮਨ ਦੇ ਫੁਰਨੇ ਤੇ ਵਿਚਾਰ ਹੁੰਦੇ ਨੇ। ਤੇ ਮਨ ਦਾ ਸੰਕਲਪ ਸਤਿਗੁਰੂ ਜੀ ਦੇ ਅੱਗੇ ਪ੍ਰਗਟ ਕੀਤਾ, ਸਾਹਿਬ ਜੀ ਕਿਰਪਾਲਤਾ ਕਰਕੇ ਨਾਮ ਜਪਣੇ ਦਾ ਮਹਾਤਮ ਸਰਵਣ ਕਰਾਓ। ਨਾਮ ਜਪਣ ਦੇ ਨਾਲ ਲਾਭ ਕੀ ਹੁੰਦਾ ਹੈ, ਮਹਾਤਮ ਕੀ ਮਿਲਦਾ ਹੈ? ਤੇ ਗਰੀਬ ਨਿਵਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਗੌੜੀ ਮਹੱਲਾ ਪੰਜਵਾ, ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਗੌੜੀ ਰਾਗ ਦੇ ਅੰਦਰ ਪਾਵਨ ਉਪਦੇਸ਼ ਦੀ ਬਖਸ਼ਿਸ਼ ਕਰਦੇ ਹਨ ਜੀ। ਹਰ ਸਿਮਰਤ ਸਭ ਮਿਟਹਿ ਕਲੇਸ਼। ਹੇ ਸਿੱਖੋ, ਹਰੀ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਐਸਾ ਹੈ, ਆਦਿ ਕਾਲ ਤੋਂ ਲੈ ਕਰਕੇ ਜਿਸ ਕਿਸੇ ਵੀ ਨੇ ਜਪਿਆ ਨਾ, ਸਭ
ਉਹਨਾਂ ਸਾਰਿਆਂ ਦੇ ਮਿਟੇ ਕਲੇਸ਼, ਸਾਰੇ ਕਲੇਸ਼ ਮੁੱਕ ਗਏ, ਸਾਰੇ ਝਗੜੇ ਮੁੱਕ ਗਏ। ਜਿਹੜਾ ਮਨ ਹੀ ਨਾਲ ਝਗੜਾ, ਮਨ ਹੀ ਨਾਲ ਸਾਥ, ਮਨ ਹੀ ਮੰਝ ਸਮਾਏ। ਜਿਹੜਾ ਮਨ ਦੇ ਅੰਦਰ ਹਰ ਵੇਲੇ ਕਲਪਨਾ ਦਾ ਕਲੇਸ਼ ਚੱਲਦਾ ਰਹਿੰਦਾ ਨਾ, ਮਨ ਹਰ ਵੇਲੇ ਕੁਛ ਨਾ ਕੁਛ ਕਲਪਦਾ ਹੀ ਰਹਿੰਦਾ ਹੈ, ਕਲਪਦਾ ਹੀ ਰਹਿੰਦਾ ਹੈ, ਕਲਪਦਾ ਹੀ ਰਹਿੰਦਾ ਹੈ, ਕਲਪਨਾ ਕਰਦਾ ਰਹਿੰਦਾ ਹੈ। ਕਲਪਨਾ ਵੀ ਬੜੀ ਕਰਦਾ ਹੈ ਤੇ ਦੂਸਰਿਆਂ ਦੇ ਨਾਲ ਰਾਗ ਦਵੈਖ ਕਰਕੇ ਕਲਪਦਾ ਵੀ ਬੜਾ ਹੈ, ਦੁਖੀ ਵੀ ਬੜਾ ਹੁੰਦਾ ਹੈ। ਤੇ ਸਾਹਿਬ ਜੀ ਫਰਮਾਵਣਾ ਕਰਦੇ ਨੇ, ਸਭਨਾਂ ਨੇ, ਜਿਸ ਕਿਸੇ ਨੇ ਵੀ ਹਰੀ ਪਰਮਾਤਮਾ ਜੀ ਦਾ ਨਾਮ ਜਪਿਆ, ਉਹਨਾਂ ਦੇ ਮਨ ਦੇ ਵਿੱਚੋਂ ਕਲਪਨਾ ਦੇ ਕਲੇਸ਼ ਮੁੱਕ ਗਏ, ਮਿਟ ਗਏ। ਸਭ ਮਿਟੇ ਕਲੇਸ਼, ਜਿੰਨੇ ਵੀ ਕਲੇਸ਼ ਮਨ ਦੇ ਅੰਦਰ ਨੇ, ਕਲ ਦੇ, ਕਲਪਨਾ ਦੇ, ਰਾਗ ਦੇ, ਦਵੈਖ ਦੇ, ਉਹ ਸਾਰੇ ਹੀ ਕਲੇਸ਼ ਨਾਮ ਜਪਣ ਦੇ ਨਾਲ ਤਿੰਨਾਂ ਦੇ ਮੁੱਕ ਗਏ। ਜਿਨ੍ਹਾਂ ਨੇ ਨਾਮ ਜਪਿਆ ਸੋ ਇਸੇ ਹੀ ਪ੍ਰਕਾਰ ਹਰ ਸਿਮਰਤ ਸਭ ਮਿਟੈ ਕਲੇਸ਼। ਗੁਰਸਿੱਖੋ, ਤਿਸ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਦਾ ਸਿਮਰਨ ਤੁਸੀਂ ਵੀ ਕਰੋ। ਜਿਸ ਹਰੀ ਵਾਹਿਗੁਰੂ ਜੀ ਨੂੰ ਸਿਮਰਨ ਕਰਨ ਦੇ ਨਾਲ ਤੁਹਾਡੇ ਵੀ ਮਨ ਦੇ ਸਾਰੇ ਹੀ ਕਲੇਸ਼ ਮਿਟ ਜਾਣਗੇ। ਕਿਉਂਕਿ ਉਪਦੇਸ਼ ਕੱਲਾ ਪਹਿਲੇ ਹੋ ਚੁੱਕੇ ਭਗਤਾਂ ਵਾਸਤੇ ਹੀ ਤੇ ਨਹੀਂ ਨਾ। ਜਿੱਥੇ ਉਹਨਾਂ ਦੇ ਨਾਮ ਨੂੰ ਪ੍ਰਗਟ ਕਰਦਾ ਹੈ, ਉਹਨਾਂ ਦੇ ਸਿਮਰਨ ਤੇ ਵਾਹਿਗੁਰੂ ਜੀ ਦੀ ਬੰਦਗੀ ਨੂੰ ਪ੍ਰਗਟ ਕਰਨੇ ਵਾਲਾ ਉਪਦੇਸ਼, ਉਥੇ ਖੱਤਰੀ, ਬ੍ਰਾਹਮਣ, ਸੂਦ, ਵੈਸ ਉਪਦੇਸ਼ ਚੌਹ ਵਰਨਾ ਕਉ ਸਾਂਝਾ। ਚਾਰੇ ਹੀ ਵਰਨਾ ਵਾਸਤੇ ਸਾਂਝਾ ਉਪਦੇਸ਼ ਹੈ ਭਾਈ। ਹਰੀ ਪਰਮੇਸ਼ਰ ਵਾਹਿਗੁਰੂ ਜੀ ਦੇ ਨਾਮ ਦਾ ਸਿਮਰਨ ਕਰੋ, ਜਿਹੜਾ ਸਾਰਿਆਂ ਦੁੱਖਾਂ ਕਲੇਸ਼ਾਂ ਨੂੰ ਹਰ ਲੈਣ ਵਾਲਾ, ਨਾਸ਼ ਕਰਨ ਵਾਲਾ ਹੈ। ਜਿਸ ਦਾ ਸਿਮਰਨ ਕਰਦੇ ਰਹਿਣ ਦੇ ਨਾਲ ਸਭ ਮਿਟੇ ਕਲੇਸ਼। ਤੁਹਾਡੇ ਵੀ ਮਨਾਂ ਦੇ ਅੰਦਰੋਂ ਸਾਰੇ ਹੀ ਜਿਹੜੇ ਕਲੇਸ਼ ਨੇ 5 ਪ੍ਰਕਾਰ ਦੇ, ਉਹ ਮਿਟ ਜਾਣਗੇ। ਚਰਨ ਕਮਲ ਮਨ ਮਹਿ ਪਰਵੇਸ਼। ਅਵਿਦਿਆ, ਅਸਮਤਾ, ਰਾਗ, ਦਵੈਸ਼ ਤੇ ਅਭਿਨਿਵੇਸ਼, ਇਹ ਜੋਗੀ ਜਨਾਂ ਨੇ 5 ਕਲੇਸ਼ ਮੰਨੇ ਨੇ। ਤੇ ਹਜ਼ੂਰ ਫਰਮਾਵਣਾ ਕਰਦੇ ਨੇ ਭਾਈ 5 ਕਲੇਸ਼ ਮਿਟ ਜਾਣਗੇ। ਤੇ ਜੋ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਰੂਪੀ ਚਰਨ ਨੇ ਨਾ, ਕਮਲ ਦੀ ਨਿਆਈ ਪ੍ਰਫੁੱਲਤ ਨੇ। ਕਮਲ ਦੀ ਨਿਆਈ ਜਿਵੇਂ ਕਮਲ ਸੁਗੰਧੀ ਦਿੰਦਾ ਨਾ, ਤੇ ਭੌਰੇ ਆ ਕਰਕੇ ਸੁਗੰਧੀ ਨੂੰ ਮਾਣਦੇ ਨੇ, ਮਕਰੰਦ ਰਸ ਨੂੰ ਮਾਣਦੇ ਨੇ। ਗਰੀਬ ਨਿਵਾਜ ਹਰੀ ਪਰਮਾਤਮਾ ਵਾਹਿਗੁਰੂ ਜੀ ਦੇ ਜਿਹੜੇ ਨਾਮ ਰੂਪੀ ਚਰਨ ਨੇ ਨਾ, ਭਗਤੀ ਰੂਪੀ ਸੁਗੰਧੀ ਦਿੰਦੇ ਨੇ। ਗੁਰਸਿੱਖਾਂ ਰੂਪੀ ਭੌਰੇ ਆ ਕਰਕੇ ਭਗਤੀ ਰੂਪੀ ਮਕਰੰਦ ਰਸ ਨੂੰ ਮਾਣ ਕਰਕੇ ਤ੍ਰਿਪਤ ਹੁੰਦੇ ਨੇ, ਆਨੰਦ ਹੁੰਦੇ ਨੇ। ਤੇ ਸਿਮਰਨ ਕਰਦਿਆਂ ਕਰਦਿਆਂ ਹਰ ਸਿਮਰਤ ਵਾਹਿਗੁਰੂ ਜੀ ਦਾ ਸਿਮਰਨ ਕਰਨੇ ਦੇ ਨਾਲ ਚਰਨ ਕਮਲ ਮਨ ਮਹਿ ਪਰਵੇਸ਼, ਨਾਮ ਰੂਪੀ ਚਰਨਾਂ ਦਾ ਹਿਰਦੇ ਦੇ ਅੰਦਰ ਪ੍ਰਵੇਸ਼ ਨਿਵਾਸ ਹੋ ਜਾਂਦਾ ਹੈ। ਇਸੇ ਹੀ ਪ੍ਰਕਾਰ ਚਰਨ ਕਮਲ ਮਨ ਮਹਿ ਪਰਵੇਸ਼। ਵਾਹਿਗੁਰੂ ਜੀ ਦਾ ਨਾਮ ਸਿਮਰਦਿਆਂ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਜਿਹੜੇ ਨਾਮ ਰੂਪੀ ਚਰਨ ਨੇ ਸਿੱਖੋ, ਤੁਹਾਡੇ ਹਿਰਦੇ ਦੇ ਅੰਦਰ ਪ੍ਰਵੇਸ਼ ਕਰ ਜਾਣਗੇ, ਸਥਿਰ ਹੋ ਜਾਣਗੇ। ਤੇ ਜਦੋਂ ਨਾਮ ਰੂਪੀ ਚਰਨ ਹਿਰਦੇ ਦੇ ਵਿੱਚ ਵਸ ਜਾਂਦੇ ਨੇ ਨਾ, ਫਿਰ ਸਭ ਮਿਟੇ ਕਲੇਸ਼। ਜਿੱਥੇ ਵਾਹਿਗੁਰੂ ਜੀ ਦਾ ਨਾਮ ਵਸਦਾ ਹੋਵੇ, ਨਾਮ ਰੂਪੀ ਚਰਨ ਵਸਦੇ ਹੋਣ, ਉੱਥੇ ਕਲੇਸ਼ਾਂ ਨੂੰ ਥਾਂ ਕਿੱਥੇ ਬਚਦੀ ਹੈ? ਉੱਥੇ ਕਲੇਸ਼ਾਂ ਨੂੰ ਤੇ ਜਗ੍ਹਾ ਹੀ ਨਹੀਂ ਬਚਦੀ। ਮੀਰੀ ਪੀਰੀ ਦੇ ਮਾਲਕ, ਦਲ ਭੰਜਨ ਗੁਰ ਸੂਰਮਾ, ਵੱਡ ਜੋਧਾ ਬਹੁ ਪਰ ਉਪਕਾਰੀ। ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੀ ਸ਼ਹਾਦਤ ਤੋਂ ਬਾਅਦ ਮੀਰੀ ਤੇ ਪੀਰੀ ਦੀਆਂ 2 ਤਲਵਾਰਾਂ ਧਾਰਨ ਕਰਕੇ ਆਪ ਜੀ ਤਖਤ ਸਾਹਿਬ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਤੇ ਰਚਨਾ ਕੀਤਾ। ਸ੍ਰੀ ਅਕਾਲ ਤਖਤ, ਅਕਾਲ ਦਾ ਜੋ ਕਾਲ ਤੋਂ ਰਹਿਤ ਪ੍ਰਮਾਤਮਾ ਹੈ ਨਾ, ਇਹ ਉਸ ਵਾਹਿਗੁਰੂ ਦਾ ਤਖਤ ਹੈ। ਤਖਤ ਦੇ ਉੱਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਸ਼ੋਭਨੀਕ ਹੋਏ ਨੇ। ਤੇ ਸਮੁੱਚੀਆਂ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਵਾਸਤੇ ਹੁਕਮਨਾਮੇ ਜਾਰੀ ਕੀਤੇ ਨੇ। ਗੁਰੂ ਘਰ ਦੀਆਂ ਖੁਸ਼ੀਆਂ ਲੈਣ ਲਈ ਭੇਜੋ ਘੋੜੇ ਤੇ ਹਥਿਆਰ। ਹੁਣ ਕੇਵਲ ਤਾਂ ਕੇਵਲ ਇੱਥੇ ਦਮੜਿਆਂ ਦੀ ਭੇਟਾ ਨਹੀਂ, ਕੇਵਲ ਤਾਂ ਕੇਵਲ ਮਾਇਆ ਦੀ ਭੇਟਾ ਨਹੀਂ। ਜਿਹੜੇ ਗੁਰਸਿੱਖ ਆਪਣੀਆਂ ਜਵਾਨੀਆਂ ਭੇਟ ਕਰਨਗੇ, ਆਪਣੇ ਸਰੀਰ ਸਤਿਗੁਰੂ ਜੀ ਦੀ ਸੇਵਾ ਵਿੱਚ ਅਰਪਣ ਕਰ ਦੇਣਗੇ, ਘੋੜੇ ਤੇ ਸ਼ਸਤਰ ਭੇਟਾ ਕਰਨਗੇ, ਉਹਨਾਂ ਦੇ ਉੱਪਰ ਸਤਿਗੁਰੂ ਜੀ ਦੀਆਂ ਅਥਾਹ ਬਖਸ਼ਿਸ਼ਾਂ ਤੇ ਖੁਸ਼ੀਆਂ ਹੋਣਗੀਆਂ। ਸਤਿਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਵਾਸਤੇ ਹੁਕਮਨਾਮਿਆਂ ਨੂੰ ਪੜ੍ਹ ਅਤੇ ਸ਼ਰਵਣ ਕਰਕੇ ਗੁਰਸਿੱਖਾਂ ਨੇ ਮਾਝੇ ਚੋਂ, ਮਾਲਵੇ ਚੋਂ, ਦੁਆਬੇ ਚੋਂ, ਪੋਠੋਹਾਰ ਚੋਂ, ਕਾਬਲ ਕੰਧਾਰ ਚੋਂ, ਜਿੱਥੇ ਜਿੱਥੇ ਵੀ ਸਿੱਖ ਵਸਦੇ ਸਨ,
ਸਤਿਗੁਰੂ ਜੀ ਦੀਆਂ ਖੁਸ਼ੀਆਂ ਲੈਣ ਵਾਸਤੇ ਜਿੱਥੇ ਆਪਣੇ ਸਰੀਰ ਹਾਜ਼ਰ ਕੀਤੇ, ਸਾਧ ਸੰਗਤ ਜੀ ਘੋੜੇ ਤੇ ਸ਼ਸਤਰ ਭੇਟਾ ਕਰਦੇ ਨੇ। ਇੱਕ ਸੌਦਾਗਰ ਸਿੱਖ ਸਤਿਗੁਰੂ ਸੱਚੇ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਵਿਖੇ ਹਾਜ਼ਰ ਹੋਇਆ ਹੈ ਤੇ ਗਰੀਬ ਨਿਵਾਜ ਸਾਹਿਬ ਜੀ ਦੇ ਵਾਸਤੇ 5 ਬੜੇ ਚੰਗੀ ਨਸਲ ਦੇ ਚੰਚਲ ਤੇ ਬਲਵਾਨ ਘੋੜੇ ਲਿਆ ਕਰਕੇ ਅਰਪਣ ਕੀਤੇ ਨੇ, ਭੇਟਾ ਕੀਤੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਪ੍ਰਸੰਨ ਹੋਏ ਤੇ ਬਚਨ ਕਰਦੇ ਨੇ, ਸਿੱਖਾ ਮੰਗ ਲੈ ਕੁਝ ਜੋ ਵੀ ਤੇਰੇ ਹਿਰਦੇ ਦੀ ਇੱਛਾ ਹੈ ਨਾ। ਜਿਸ ਭਾਵਨਾ ਨੂੰ ਲੈ ਕਰਕੇ ਗੁਰੂ ਘਰ ਦੇ ਵਿੱਚ ਘੋੜੇ ਭੇਟਾ ਕਰਨ ਦੀ ਸੇਵਾ ਕੀਤੀ ਹੈ, ਆਪਣੇ ਮੂੰਹੋਂ ਮੰਗ ਲੈ ਕੀ ਚਾਹੀਦਾ ਹੈ, ਗੁਰੂ ਘਰ ਦੇ ਵਿੱਚੋਂ ਉਹੀ ਪ੍ਰਾਪਤ ਹੋ ਜਾਵੇਗਾ। ਸਿੱਖ ਨੇ ਹੱਥ ਜੋੜੇ ਨੇ ਤੇ ਬੜਾ ਆਜ਼ਜੀ ਹੋ ਕਰਕੇ ਗਲ ਦੇ ਵਿੱਚ ਪੱਲਾ ਪਾਇਆ ਹੋਇਆ ਹੈ, ਝੁਕਿਆ ਹੋਇਆ ਸੀਸ ਨਿਮਰਤਾ ਦੇ ਨਾਲ ਝੁਕਾਏ ਹੋਏ ਨੇ ਨੈਣ, ਤੇ ਸਤਿਗੁਰਾਂ ਦੇ ਚਰਨਾਂ ਵੱਲ ਤੱਕਦਾ ਹੋਇਆ ਬੇਨਤੀ ਕਰਦਾ ਹੈ, ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ, ਆਪ ਜੀ ਜੇਕਰ ਮੇਰੇ ਗਰੀਬ ਤੇ ਪ੍ਰਸੰਨ ਹੋ ਤੁਠੇ ਹੋ ਨਾ, ਤੇ ਮਹਾਰਾਜ ਕਿਰਪਾ ਕਰੋ ਆਪ ਜੀ ਦੇ ਚਰਨ ਮੇਰੇ ਹਿਰਦੇ ਦੇ ਵਿੱਚ ਵਸ ਜਾਣ। ਐਸੇ ਚਰਨ ਵਸ ਜਾਣ ਜਿਹੜੇ ਕਦੇ ਵਿਸਰਨ ਹੀ ਨਾ। ਮਹਾਰਾਜ ਅਸੀਂ ਅਗਿਆਨੀ ਆ ਨਾ, ਅਲਪਾਗਾਂ, ਖਿਨ ਖਿਨ ਭੁੱਲਣਹਾਰ ਪਾਪੀ ਗੁਨਾਹਗਾਰ ਆ। ਜੇ ਮੈਨੂੰ ਮੇਰੇ ਗੁਨਾਹਾਂ ਕਰਕੇ, ਮੇਰੇ ਪਾਪਾਂ ਕਰਕੇ ਕੋਈ ਹੋਰ ਜੂਨੀ ਵੀ ਪ੍ਰਾਪਤ ਹੋ ਜਾਵੇ ਨਾ ਇਸ ਜਨਮ ਤੋਂ ਬਾਅਦ, ਤੇ ਮਹਾਰਾਜ ਆਪ ਜੀ ਦੇ ਚਰਨ ਤਾਂ ਵੀ ਮੇਰੇ ਹਿਰਦੇ 'ਚ ਹੀ ਵਸੇ ਰਹਿਣ। ਜਨਮ ਕੋਈ ਵੀ ਮਿਲ ਜਾਵੇ, ਸ੍ਰਿਸ਼ਟੀ ਦੇ ਕਿਸੇ ਹਿੱਸੇ ਵਿੱਚ ਮਿਲ ਜਾਵੇ, ਮਹਾਰਾਜ ਉਸ ਗੱਲ ਦਾ ਦੁੱਖ ਨਹੀਂ। ਪਰ ਜੇ ਆਪ ਜੀ ਦੇ ਚਰਨ ਹਿਰਦੇ 'ਚੋਂ ਵਿਸਰ ਗਏ ਤੇ ਮਹਾਰਾਜ ਉਹ ਦੁੱਖ ਝੱਲਿਆ ਨਹੀਂ ਜੇ ਜਾਣਾ। ਕਿਰਪਾਲਤਾ ਕਰੋ ਜਿੱਥੇ ਵੀ ਜਾਵਾਂ, ਜਿਸ ਜੂਨ ਜਾਂ ਜਨਮ ਵਿੱਚ ਵੀ ਜਾਵਾਂ, ਆਪ ਜੀ ਦੇ ਚਰਨ ਮੇਰੇ ਹਿਰਦੇ ਵਿੱਚ ਹੀ ਵਸੇ ਜਾਣ। ਸਾਧ ਸੰਗਤ ਜੀ 5 ਪ੍ਰਕਾਰ ਦੀ ਸਿੱਖੀ ਹੈ ਨਾ, ਦੇਖਾ ਦੇਖੀ ਦੀ ਸਿੱਖੀ, ਧੰਦੇ ਦੀ ਸਿੱਖੀ, ਹਿਰਸ ਦੀ ਸਿੱਖੀ, ਪ੍ਰੇਮ ਦੀ ਸਿੱਖੀ ਤੇ ਸਿਦਕ ਦੀ ਸਿੱਖੀ। ਇਹ ਪ੍ਰੇਮ ਦੀ ਸਿੱਖੀ ਹੈ। ਮਹਾਰਾਜ ਕੇਵਲ ਤਾਂ ਕੇਵਲ ਤੁਹਾਡੇ ਚਰਨਾਂ ਦਾ ਪਿਆਰ ਚਾਹੀਦਾ ਹੈ, ਨਾ ਦੁਨੀਆਦਾਰੀ ਦੇ ਪਦਾਰਥਾਂ ਦੀ ਲੋੜ, ਬ੍ਰਹਮ ਲੋਕ ਤੱਕ ਦੇ ਰਾਜ ਦੀ ਵੀ ਇੱਛਾ ਨਹੀਂ, ਤੇ ਮਹਾਰਾਜ ਮੁਕਤੀ ਦੀ ਵੀ ਇੱਛਾ ਨਹੀਂ। ਤੁਹਾਡੇ ਚਰਨਾਂ ਦਾ ਪਿਆਰ ਹੀ ਚਾਹੀਦਾ, ਹੋਰ ਤੇ ਖਵਾਹਿਸ਼ ਹੀ ਕੋਈ ਨਹੀਂ। ਰਾਜ ਨਾ ਚਾਹਉ ਮੁਕਤ ਨਾ ਚਾਹਉ, ਮਨ ਪ੍ਰੀਤ ਚਰਨ ਕਮਲਾਰੇ। ਮਹਾਰਾਜ ਜੇ ਮੇਰੇ ਪਾਪਾਂ ਵਿਕਾਰਾਂ ਕਰਕੇ ਮੈਨੂੰ ਕੋਈ ਹੋਰ ਜੂਨੀ ਵੀ ਪ੍ਰਾਪਤ ਹੋ ਜਾਵੇ ਤੇ ਤੁਹਾਡੇ ਚਰਨ ਨਾ ਵਿਸਰਨ, ਤੁਹਾਡਾ ਸਿੱਖ ਹੀ ਬਣਿਆ ਰਵਾਂ, ਤੁਹਾਡੇ ਚਰਨ ਹਿਰਦੇ 'ਚ ਹੀ ਵਸਦੇ ਰਹਿਣ। ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਮੁਸਕਰਾਏ ਨੇ ਤੇ ਬਚਨ ਕਰਦੇ ਨੇ, ਸਿੱਖਾ ਤੂੰ ਤੇ ਦਾਤ ਹੀ ਉਹ ਮੰਗ ਲਈ ਹੈ ਜਿਹੜੀ ਦਾਤ ਪ੍ਰਾਪਤ ਹੋਣ ਤੋਂ ਬਾਅਦ ਜੰਮਣ ਮਰਨ ਮੁੱਕ ਹੀ ਜਾਂਦਾ ਹੈ। ਕਦੇ ਜੀਵ ਨੂੰ ਹੋਰ ਜੂਨ ਧਾਰ ਕੇ, ਜਨਮ ਧਾਰ ਕੇ ਆਉਣਾ ਹੀ ਨਹੀਂ ਪੈਂਦਾ। ਜਿਸ ਦੇ ਹਿਰਦੇ ਦੇ ਅੰਦਰ ਹਜ਼ੂਰ ਨੇ ਫਰਮਾਇਆ ਸਾਡੇ ਚਰਨ ਵਸ ਜਾਣ, ਉਸ ਨੂੰ ਜਨਮ ਮਰਨ ਕਿੱਥੇ, ਉਸ ਨੂੰ ਫਿਰ ਦੁੱਖ ਕਿੱਥੇ, ਉਸ ਨੂੰ ਕਲੇਸ਼ ਕਿੱਥੇ। ਸਾਰੇ ਦੁੱਖ ਜਨ ਦਰਦ ਤਿਸ ਦੇ ਮਿਟ ਜਾਂਦੇ ਨੇ, ਜੰਮਣਾ ਮਰਨਾ ਮਿਟ ਜਾਂਦਾ ਹੈ ਜਿਸ ਦੇ ਹਿਰਦੇ ਦੇ ਅੰਦਰ ਚਰਨ ਵਸ ਜਾਣ। ਸਿੱਖਾ ਤੂੰ ਹਿਰਦੇ ਦੇ ਅੰਦਰ ਚਰਨ ਵਸਾਉਣ ਦੀ ਦਾਤ ਮੰਗੀ ਹੈ, ਤੇਰਾ ਜੰਮਣ ਮਰਨ ਕਟਿਆ, ਬਹੁੜੋ ਤੇਰਾ ਜੰਮਣਾ ਮਰਨਾ ਨਹੀਂ ਹੋਵੇਗਾ, 84 ਦੇ ਗੇੜਿਆਂ ਦੇ ਅੰਦਰ ਨਹੀਂ ਆਵੇਗਾ। ਇਹ ਗਰੀਬ ਨਿਵਾਜ ਸਾਹਿਬ ਜੀ ਦੇ ਚਰਨਾਂ ਨੂੰ ਹਿਰਦੇ ਦੇ ਵਿੱਚ ਵਸਾਉਣ ਦਾ ਮਹੱਤਮ ਹੈ। ਸਾਧ ਸੰਗਤ ਜੀ ਹਜ਼ੂਰ ਫਰਮਾਵਣਾ ਕਰਦੇ ਨੇ, ਹਰ ਸਿਮਰਤ, ਵਾਹਿਗੁਰੂ ਜੀ ਦੇ ਨਾਮ ਦਾ ਸਿਮਰਨ ਸਦਾ ਹੀ ਆਪਣੇ ਹਿਰਦੇ ਦੇ ਅੰਦਰ ਕਰਦਾ ਰਹੇ। ਜਿੱਥੇ ਤੇਰੇ ਹਿਰਦੇ ਦੇ ਸਾਰੇ ਕਲੇਸ਼ ਮਿਟ ਜਾਣਗੇ ਨਾ, ਸਿਮਰਦਿਆਂ 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 ਨਾਮ ਤੇਰੇ ਹਿਰਦੇ ਦੇ ਅੰਦਰ ਉਤਰ ਆਵੇਗਾ। ਜਦੋਂ ਜ਼ੁਬਾਨ ਤੋਂ ਤੇਰੇ ਹਿਰਦੇ ਦੇ ਅੰਦਰ ਨਾਮ ਪ੍ਰਵੇਸ਼ ਕਰ ਗਿਆ, ਨਾਮ ਰੂਪੀ ਚਰਨ ਤੇਰੇ ਹਿਰਦੇ ਦੇ ਅੰਦਰ ਸਿੱਖਾ ਸਤਿਗੁਰੂ ਜੀ ਦੇ ਵਸ ਜਾਣਗੇ। ਤੇਰਾ ਜੰਮਣਾ ਮਰਨਾ ਬਹੁੜੋ ਨਹੀਂ ਹੋਵੇਗਾ, 84 ਲੱਖ ਜੂਨੀਆਂ ਦੇ ਵਿੱਚ ਨਹੀਂ ਆਵੇਗਾ। ਕੇਵਲ ਮੁਕਤੀ ਦਾ ਅਧਿਕਾਰ ਹੋ ਕਰਕੇ ਸਤਿਗੁਰੂ ਜੀ ਦੇ ਚਰਨਾਂ ਦੀ ਅਭੇਦਤਾ ਪ੍ਰਾਪਤ ਕਰੇਗਾ। ਉੱਚ ਰਹੋ ਰਾਮ ਨਾਮ ਲਖ ਬਾਰੇ। ਸੋ ਮਹਾਰਾਜ ਸਾਹਿਬ ਜੀ ਐਸਾ ਵਾਹਿਗੁਰੂ ਜੀ ਦਾ ਨਾਮ ਸਾਰੇ ਕਲੇਸ਼ਾਂ ਨੂੰ ਮਿਟਾਉਣ ਵਾਲਾ ਤੇ ਹਿਰਦੇ ਵਿੱਚ ਵਸ ਕਰਕੇ ਜਿਹੜਾ ਬੰਧਨ ਕੱਟਣ ਵਾਲਾ ਹੈ, ਮਾਇਆ ਦੇ ਬੰਧਨਾਂ ਤੋਂ ਮੁਕਤੀ ਦੇਣ ਵਾਲਾ ਤੇ ਜੰਮਣ ਮਰਨ ਤੋਂ ਮੁਕਤੀ ਦੇਣ ਵਾਲਾ ਹੈ, ਐਸੇ ਹਰੀ ਪ੍ਰਮਾਤਮਾ ਵਾਹਿਗੁਰੂ ਜੀ ਦੇ ਨਾਮ ਦਾ ਸਿਮਰਨ ਕਿਤਨਾ ਕੁ ਕਰੀਏ। ਤੇ ਹਜ਼ੂਰ ਫਰਮਾਵਦੇ ਨੇ, ਭਾਈ ਜਦੋਂ ਹਿਰਦੇ ਦੇ ਅੰਦਰ ਪਿਆਰ ਪੈਦਾ ਹੋ ਜਾਵੇ, ਲਗਨ ਲੱਗ ਜਾਵੇ ਨਾ,
ਫਿਰ ਪਿਆਰੇ ਦਾ ਨਾਮ ਛੱਡਿਆ ਨਹੀਂ ਜਾਂਦਾ। ਫਿਰ ਪਿਆਰੇ ਦੀ ਯਾਦ ਭੁੱਲਦੀ ਕਿੱਥੇ ਹੈ? ਜਿਸ ਦੇ ਨਾਲ ਪਿਆਰ ਹੋਵੇ ਹਰ ਪਲ ਹਿਰਦੇ ਦੇ ਅੰਦਰ ਉਸ ਦਾ ਚਿੰਤਨ ਹੁੰਦਾ ਹੈ, ਉਸ ਦਾ ਸਿਮਰਨ ਹੁੰਦਾ ਹੈ। ਜੇ ਜੀਵ ਸੌਂਦਾ ਨਾ ਤੇ ਸੌਂਦਿਆਂ ਵੀ ਸਿਮਰਨ, ਜਦੋਂ ਅੰਮ੍ਰਿਤ ਵੇਲੇ ਉੱਠਦਾ ਤੇ ਪਹਿਲੇ ਸਾਹ ਦੇ ਨਾਲ ਵਾਹਿਗੁਰੂ ਹੀ ਬੋਲਦਾ ਹੈ, ਕਿਉਂਕਿ ਪਿਆਰ ਜੂ ਹੋਇਆ ਪਿਆਰਾ ਕਦੇ ਭੁੱਲਦਾ ਨਹੀਂ। ਜਦੋਂ ਸੌਂਦਾ ਹੈ ਤੇ ਰਾਤਰੀ ਦੇ ਸਮੇਂ ਸੌਣ ਤੱਕ ਜਦੋਂ ਤੱਕ ਸਾਹ ਲੈਂਦਾ ਉਦੋਂ ਤੱਕ ਸਵਾਸਾਂ ਦੇ ਨਾਲ ਸਿਮਰਨ ਕਰਦਾ ਹੈ। ਪਿਆਰਿਆਂ ਦੇ ਪਾਸਿਓਂ ਪਿਆਰਿਓ ਨਾਮ ਕਦੇ ਵਿਸਰਦਾ ਨਹੀਂ। ਜੇ ਤੇ ਪਿਆਰ ਨਹੀਂ ਫਿਰ ਤੇ ਜ਼ਰੂਰ ਵਿਸਰ ਜਾਵੇਗਾ, ਪਰ ਜੇ ਪਿਆਰ ਹੈ ਤੇ ਫਿਰ ਨਿਮਖ ਮਾਤਰ ਵੀ ਭੁੱਲੇਗਾ ਨਹੀਂ। ਐਸਾ ਜੋ ਪਿਆਰਾ ਜੰਮਣ ਮਰਨ ਦੇ ਬੰਧਨਾਂ ਨੂੰ ਕੱਟਣ ਵਾਲਾ ਨਾ, ਸਰਬਤ ਜੀਵਾਂ ਦੀ ਕਲਿਆਣ ਕਰਨੇ ਵਾਲਾ, ਸਰਬ ਕਲਾ ਸਮਰੱਥ ਹੈ। ਐਸੇ ਵਾਹਿਗੁਰੂ ਜੀ ਦੇ ਨਾਮ ਨੂੰ ਉਚਰਹੁ, ਰਾਮ ਨਾਮ ਤੇ ਸਰਮੇ ਹੋਏ ਪ੍ਰਮਾਤਮਾ ਜੀ ਦੇ ਨਾਮ ਨੂੰ ਉਚਰਹੁ, ਉਚਾਰਨਾ ਕਰੋ ਹਜ਼ੂਰ ਕਿਤਨੀ ਕੋ ਵਾਰ, ਲੱਖ ਵਾਰੀ, ਲੱਖਾਂ ਵਾਰੀ। ਸਾਧ ਸੰਗਤ ਜੀ, ਜੇ ਤੇ ਲੱਲੇ ਨੂੰ ਔਂਕੜ ਹੁੰਦਾ ਫਿਰ 1 ਲੱਖ ਦੀ ਬਾਤ ਹੋਣੀ ਸੀ, ਪਰ ਖੱਖੇ ਨੂੰ ਔਂਕੜ ਨਹੀਂ, ਜਿਹੜਾ ਬਹੁ ਗਿਣਤੀ ਦਾ ਵਾਚਕ ਹੈ। ਲੱਖਾਂ ਵਾਰੀ ਹਰੀ ਪ੍ਰਮਾਤਮਾ ਵਾਹਿਗੁਰੂ ਜੀ ਦੇ ਨਾਮ ਨੂੰ ਜਪਦੇ ਹੀ ਰਹੋ। ਕਿਸੇ ਗੁਰਸਿੱਖ ਦੀ ਰਸਨਾ ਤੋਂ ਬਚਨ ਸਰਵਣ ਕੀਤਾ ਸੀ। ਦਮਦਮੀ ਟਕਸਾਲ ਦੇ 12ਵੇਂ ਜਥੇਦਾਰ ਵਿਦਿਆ ਮਾਰਤੰਡ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖ ਇੱਥੇ ਸਤਿਗੁਰੂ ਕਲਗੀਧਰ ਸਾਹਿਬ ਜੀ ਦੇ ਪਾਵਨ ਅਸਥਾਨ ਤਖਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਜੀ ਵਿਖੇ ਕਥਾ ਕਰਦੇ ਸਨ। ਤੇ ਸਾਧ ਸੰਗਤ ਜੀ ਕਥਾ ਕਰਦਿਆਂ ਇਹ ਸ਼ਬਦ ਆਇਆ, ਉਚਰਹੁ ਰਾਮ ਨਾਮ ਲੱਖ ਬਾਰੀ, ਜਿਸ ਦੀ ਕਥਾ ਵਿਚਾਰ ਆਪ ਜੀ ਸ਼ਰਵਣ ਕਰ ਰਹੇ ਹੋ। ਤੇ ਜਿਹੜੇ ਜਥੇ ਦੇ ਸਿੰਘ ਸਨ, ਮਹਾਂਪੁਰਖਾਂ ਨੇ ਹੁਕਮ ਲਾ ਦਿੱਤਾ, ਸਿੰਘੋ ਕਲਗੀਧਰ ਸਾਹਿਬ ਜੀ ਦੇ ਦਰਬਾਰ ਤੋਂ ਹੁਕਮ ਆਇਆ ਹੈ ਕਿ ਵਾਹਿਗੁਰੂ ਜੀ ਦੇ ਨਾਮ ਨੂੰ ਲੱਖਾਂ ਵਾਰੀ ਜਪਣਾ ਹੈ। ਅਸੀਂ ਅਲਪਾਗਾਂ ਤੇ ਗੁਰੂ ਸਾਹਿਬ ਜੀ ਦੇ ਚਰਨਾਂ ਵਿਖੇ ਅਰਦਾਸ ਬੇਨਤੀ ਕਰੀਏ, ਮਹਾਰਾਜ ਜੇ ਲੱਖਾਂ ਵਾਰ ਨਹੀਂ ਤੇ ਘੱਟ ਤੋਂ ਘੱਟ 1 ਲੱਖ ਵਾਰ ਜਪਣ ਦੀ ਦਾਤ ਜ਼ਰੂਰ ਬਖਸ਼ੋ। ਸਾਰੇ ਸਿੰਘਾਂ ਨੂੰ ਹੁਕਮ ਲਾਇਆ, ਸਿੰਘੋ 40 ਦਿਨਾਂ ਵਾਸਤੇ ਘੱਟ ਤੋਂ ਘੱਟ ਸਿਮਰਨ ਕਰੋ ਤੇ ਹਰ ਰੋਜ਼ 1 ਲੱਖ ਵਾਰੀ ਵਾਹਿਗੁਰੂ ਦਾ ਜਾਪ ਕਰਨਾ ਹੈ। ਗੁਰਸਿੱਖਾਂ ਨੇ ਮਹਾਂਪੁਰਖਾਂ ਦੇ ਬਚਨ ਨੂੰ 7 ਬਚਨ ਕਹਿ ਕਰਕੇ ਸੀਸ ਝੁਕਾ ਕਰਕੇ ਮੰਨਿਆ। ਤੇ ਸਾਧ ਸੰਗਤ ਜੀ, ਇਸ ਪਾਵਨ ਸਥਾਨ ਤੇ ਗਰੀਬ ਨਿਵਾਜ ਸਤਿਗੁਰਾਂ ਦੇ ਚਰਨਾਂ ਵਿਖੇ ਰਹਿ ਕਰਕੇ ਉਹਨਾਂ ਗੁਰਸਿੱਖਾਂ ਨੇ 40 ਦਿਨ ਸਿਮਰਨ ਕੀਤਾ, ਸਾਰੇ ਜਥੇ ਦੇ ਸਿੰਘਾਂ ਨੇ, ਤੇ ਹਰ ਰੋਜ਼ ਲੱਖ ਵਾਰੀ ਵਾਹਿਗੁਰੂ 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 ਜਪਣਾ। ਇਹ ਪਿਆਰ ਦੀ ਖੇਡ ਹੈ, ਕਿਉਂਕਿ ਜੇ ਅਸੀਂ ਵਾਹਿਗੁਰੂ ਜੀ ਦੇ ਨਾਮ ਨੂੰ ਸਰਵਣ ਕਰਦੇ ਹਾਂ, ਗੁਰਬਾਣੀ ਨੂੰ ਪੜ੍ਹਦੇ ਤੇ ਸਰਵਣ ਕਰਦੇ ਹਾਂ, ਕਥਾ ਨੂੰ ਸਰਵਣ ਕਰਦੇ ਹਾਂ, ਉਪਦੇਸ਼ ਦੇ ਕਰਕੇ ਤੁਰ ਜਾਈਏ ਜੀ, ਲੱਖਾਂ ਵਾਰੇ ਜਪਦੇ ਰਹੋ ਤੇ ਆਪ ਜਪੀਏ ਨਾ, ਮੁਆਫ ਕਰਨਾ ਖਾਲੀ ਰਹਿ ਜਾਵਾਂਗੇ। ਸੁਣ ਵੀ ਲਿਆ ਲੱਖਾਂ ਵਾਰੀ ਵਾਹਿਗੁਰੂ ਜੀ ਦੇ ਨਾਮ ਦਾ ਉਚਾਰਨ ਕਰਨਾ ਚਾਹੀਦਾ, ਪਰ ਕਰਾਂਗੇ ਹੀ ਨਾ, ਸੁਣਨ ਦਾ ਮਹਾਤਮ ਤੇ ਪ੍ਰਾਪਤ ਹੋ ਹੀ ਜਾਣਾ ਹੈ, ਪਰ ਜਿਹੜਾ ਮੰਨਣ ਤੇ ਨਿਧਿਆਸਣ ਦਾ ਮਹਾਤਮ ਪ੍ਰਾਪਤ ਹੋਣਾ, ਸਾਧ ਸੰਗਤ ਜੀ ਫਿਰ ਉਸ ਤੋਂ ਵਾਂਝੇ ਰਹਿ ਜਾਵਾਂਗੇ। ਇਸ ਪ੍ਰਕਾਰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਬਚਨਾਂ ਨੂੰ ਹਿਰਦੇ ਦੇ ਅੰਦਰ ਵਸਾਉਣਾ ਵੀ ਜ਼ਰੂਰੀ ਹੈ। ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖ ਇੱਕ ਸਮੇਂ ਕਥਾ ਕਰਦੇ ਸਨ, ਤੇ ਸੰਤ ਬਾਬਾ ਕਰਤਾਰ ਸਿੰਘ ਜੀ ਉਸ ਵੇਲੇ ਜਥੇ ਦੇ ਵਿੱਚ ਰਹਿ ਕਰਕੇ ਮਹਾਂਪੁਰਖਾਂ ਦੇ ਗੜਵਾਈ ਵਜੋਂ ਸੇਵਾ ਨਿਭਾਇਆ ਕਰਦੇ ਤੇ ਸਾਧ ਸੰਗਤ ਜੀ ਨਾਲ ਕਥਾ ਦਾ ਪਾਠ ਕਰਵਾਇਆ ਕਰਦੇ। ਮਹਾਂਪੁਰਖ ਕਥਾ ਕਰ ਰਹੇ ਸਨ, ਸੰਤ ਬਾਬਾ ਕਰਤਾਰ ਸਿੰਘ ਜੀ ਨੇ ਗੁਰਬਾਣੀ ਦੀ ਅਗਲੀ ਪੰਕਤੀ ਪੜ੍ਹਨੀ ਸੀ, ਪਰ ਚੁੱਪ ਹੀ ਰਹੇ। ਕੁਝ ਕੁ ਸਮੇਂ ਵਾਸਤੇ ਅਗਲੀ ਪੰਕਤੀ ਬੋਲੀ ਨਹੀਂ, ਤੇ ਫਿਰ ਸਹਿਜ ਸੁਭਾਅ ਅਗਲੀ ਪੰਕਤੀ ਨੂੰ ਬੋਲਿਆ। ਤੇ ਸੰਤ ਬਾਬਾ ਗੁਰਬਚਨ ਸਿੰਘ ਜੀ ਮਹਾਂਪੁਰਖਾਂ ਨੇ ਫਿਰ ਸੰਗਤ ਵਿੱਚ ਬਚਨ ਕੀਤਾ ਕਥਾ ਕਰਦਿਆਂ, ਸਾਧ ਸੰਗਤ ਜੀ ਮਤਾ ਜਾਣ ਲਿਓ ਕਿ ਪਾਠੀ ਸਿੰਘ ਪਾਠ ਭੁੱਲ ਗਿਆ ਤਾਂ ਨਹੀਂ ਬੋਲਿਆ। ਇਹ ਪਾਠੀ ਸਿੰਘ ਸੰਤ ਬਾਬਾ ਕਰਤਾਰ ਸਿੰਘ ਜੀ ਐਸੇ ਜੀਵਨ ਵਾਲੇ ਨੇ, ਜਿਤਨੀ ਕਥਾ ਸੁਣਦੇ ਨੇ ਨਾਲ ਮਨ ਦੇ ਵਿੱਚ ਵਿਚਾਰਦੇ ਨੇ ਕਿ ਜੋ ਸਤਿਗੁਰੂ ਸਾਹਿਬ ਜੀ ਉਪਦੇਸ਼ ਦੇ ਰਹੇ ਨੇ, ਮੇਰਾ ਜੀਵਨ ਇਹਨਾਂ ਉਪਦੇਸ਼ਾਂ ਅਨੁਸਾਰ ਹੈ ਕਿ ਨਹੀਂ ਹੈ। ਜੋ ਗੁਣ ਸਤਿਗੁਰੂ ਜੀ ਗੁਰਬਾਣੀ ਦੇ ਅੰਦਰ ਪ੍ਰਵਚਨ ਕਰਕੇ ਫਰਮਾ ਰਹੇ ਨੇ, ਮੇਰੇ ਹਿਰਦੇ ਅੰਦਰ ਹੈ ਕਿ ਨਹੀਂ ਹੈ। ਜੇ ਨਹੀਂ ਹੈਗਾ ਤੇ ਇਸ ਨੂੰ ਫਿਰ ਧਾਰਨ ਕਰਨਾ ਹੈ। ਇਸ ਪ੍ਰਕਾਰ ਜੋ ਕਥਾ ਸਰਵਣ ਕਰ ਰਹੇ ਨੇ, ਪੰਕਤੀ ਪੜ੍ਹ ਰਹੇ ਨੇ, ਉਸ ਨੂੰ ਹਿਰਦੇ ਵਿੱਚ ਧਾਰਨ ਕਰਕੇ ਵਸਾ ਰਹੇ ਨੇ। ਇਹ ਉਪਦੇਸ਼ਾਂ ਨੂੰ ਕਮਾਉਣ ਵਾਲੇ ਗੁਰਸਿੱਖ ਨੇ। ਐਸਾ ਮਹਾਂਪੁਰਖਾਂ ਦਾ ਜੀਵਨ ਹੋਇਆ ਕਰਦਾ। ਉਚਰਹੁ ਰਾਮ ਨਾਮ ਲੱਖ ਵਾਰੀ, ਸਿੰਘਾਂ ਨੂੰ ਹੁਕਮ ਲਾ ਦਿੱਤਾ, ਸਿੰਘੋ ਲੱਖ ਵਾਰੀ ਹਰ ਰੋਜ਼ ਵਾਹਿਗੁਰੂ ਜੀ ਦਾ ਨਾਮ ਦਾ ਸਿਮਰਨ ਕਰਨਾ ਹੈ। ਸੋ ਗਰੀਬ ਨਿਵਾਜ ਫਰਮਾਵਨਾ ਕਰਦੇ ਨੇ, ਭਾਈ ਵਾਹਿਗੁਰੂ ਜੀ ਦਾ ਨਾਮ ਤੇ ਐਸਾ ਜਿਹੜੇ ਗੁਰਮੁਖ ਰੋਮ ਰੋਮ ਹਰ ਧਿਆਵੈ।
ਰੋਮ ਰੋਮ ਦੇ ਨਾਲ ਜਪਦੇ ਨੇ, ਸਰੀਰ ਦੇ ਰੋਮ ਰੋਮ ਦੇ ਵਿੱਚੋਂ ਵਾਹਿਗੁਰੂ 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 ਜੀ ਦੀ ਆਵਾਜ਼ ਆਉਂਦੀ ਹੈ। ਸੋ ਇਸ ਪ੍ਰਕਾਰ ਜੋ ਇੱਕ ਵਾਰ ਜ਼ੁਬਾਨ ਦੇ ਨਾਲ ਵਾਹਿਗੁਰੂ ਬੋਲਦੇ ਨੇ ਤਾਂ ਸਰੀਰ ਦੇ 3.5 ਕਰੋੜ ਰੋਮਾਂ ਦੇ ਵਿੱਚੋਂ ਵਾਹਿਗੁਰੂ ਜੀ ਦਾ ਨਾਮ ਉਚਾਰਿਆ ਜਾਂਦਾ ਹੈ। ਇਸ ਪ੍ਰਕਾਰ ਇੱਕ ਸਾਹ ਦੇ ਨਾਲ ਹੀ ਜਿਹੜੇ ਗੁਰਮੁਖ ਨੇ ਉਹ ਲੱਖਾਂ ਵਾਰ ਭਾਵ 3.5 ਕਰੋੜ ਵਾਰ ਵਾਹਿਗੁਰੂ ਜੀ ਦਾ ਨਾਮ ਉਚਾਰਦੇ ਨੇ। ਸਿੱਖੋ, ਰੋਮ ਰੋਮ ਕਰਕੇ ਨਾਮ ਜਪੋ, ਹਰ ਸਾਹ ਦੇ ਨਾਲ ਲੱਖਾਂ ਵਾਰੀ ਵਾਹਿਗੁਰੂ ਜੀ ਦੇ ਨਾਮ ਦਾ ਉਚਾਰਨ ਕਰਨਾ ਕਰੋ। ਅੰਮ੍ਰਿਤ ਰਸ ਪੀਵਹੁ ਪ੍ਰਭ ਪਿਆਰੇ। ਹੇ ਭਾਈ, ਇਸ ਪ੍ਰਕਾਰ ਨਾਮ ਨੂੰ ਜਪ ਕਰਕੇ ਨਾਮ ਦੇ ਵਿੱਚੋਂ ਅੰਮ੍ਰਿਤ ਰਸ ਨੂੰ ਪੀਵਣਾ ਕਰੋ। ਅੰਮ੍ਰਿਤ ਨਾਮ ਪਰਮੇਸ਼ਰ ਤੇਰਾ, ਜੋ ਸਿਮਰੈ ਸੋ ਜੀਵੈ। ਨਾਮ ਦੇ ਅੰਦਰ ਅੰਮ੍ਰਿਤ ਰਸ ਹੈ। ਅੰਮ੍ਰਿਤ ਮੌਤ ਤੋਂ ਰਹਿਤ ਕਰਨੇ ਵਾਲਾ ਐਸਾ ਰਸ ਹੈ ਜਿਹੜਾ ਦੁਨੀਆ ਦੇ ਸਾਰੇ ਰਸਾਂ ਕਸਾਂ ਤੋਂ ਉੱਚਾ ਹੈ। 36 ਪ੍ਰਕਾਰ ਦੇ 6 ਰਸਾਂ ਵਾਲੇ ਭੋਜਨਾਂ ਦਾ ਰਸ ਵੀ ਉਸ ਨਾਮ ਦੇ ਰਸ ਦੇ ਸਦਰਸ਼ ਨਹੀਂ। ਕੂਜੇ ਮੇਵੇ ਇਤਿਆਦਿਕ ਬਦਾਮ ਗਿਰੀਆਂ ਛੁਹਾਰੇ ਖੰਡ ਮਿਸ਼ਰੀ ਕੋਈ ਖਾਵੇ ਤੇ ਉਸ ਦੀ ਮਿਠਾਸ ਵੀ ਨਾਮ ਦੀ ਮਿਠਾਸ ਦੇ ਤੁੱਲ ਨਹੀਂ, ਸਦਰਸ਼ ਨਹੀਂ। ਐਸਾ ਅੰਮ੍ਰਿਤ ਦਾ ਅਤਿ ਸਵਾਦਲਾ ਤੇ ਆਨੰਦਦਾਇਕ ਨਾਮ ਦਾ ਰਸ ਹੈ ਜਿਹੜਾ ਕੇਵਲ ਮੁਕਤੀ ਦੀ ਦਾਤ ਬਖਸ਼ ਦਿੰਦਾ ਹੈ। ਬ੍ਰਹਮਾਨੰਦ ਦਾ ਰਸ ਹੈ। ਹਜ਼ੂਰ ਫਰਮਾਵਣਾ ਕਰਦੇ ਨੇ, ਬ੍ਰਹਮਾਨੰਦ ਬ੍ਰਹਮ ਜੀ ਦੀ ਪ੍ਰਾਪਤੀ ਦੇ ਆਨੰਦ ਨੂੰ ਦੇਣ ਵਾਲਾ। ਸੋ ਐਸਾ ਜਿਹੜਾ ਰਸ ਹੈ, ਹਜ਼ੂਰ ਫਰਮਾਵਣਾ ਕਰਦੇ ਨੇ, ਅੰਮ੍ਰਿਤ ਰਸ ਪੀਵਹੁ। ਹੇ ਰਸਨਾ, ਐਸੇ ਹਰੀ ਪ੍ਰਮਾਤਮਾ ਵਾਹਿਗੁਰੂ ਜੀ ਦੇ ਅੰਮ੍ਰਿਤ ਰਸ ਨੂੰ ਪੀਵਣਾ ਕਰ। ਪ੍ਰਭ ਪਿਆਰੀ, ਫਿਰ ਤੂੰ ਝੂਠੀ ਨਾ ਰਹੇਗੀ, ਅਪਵਿੱਤਰ ਨਾ ਰਹੇਗੀ, ਪ੍ਰਮਾਤਮਾ ਜੀ ਦੀ ਪਿਆਰੀ ਹੋ ਜਾਵੇਗੀ। ਕਿਉਂਕਿ ਜਿਹੜਾ ਪਿਆਰਾ ਹੁੰਦਾ ਉਹ ਸਦਾ ਭਲਾ ਕਰਦਾ ਹੈ, ਤੇ ਜਿਹੜਾ ਬੁਰਾ ਕਰੇ ਸਾਧ ਸੰਗਤ ਜੀ ਉਹ ਤਾਂ ਫਿਰ ਦੁਸ਼ਮਣ ਹੋਇਆ ਨਾ, ਪਿਆਰਾ ਥੋੜਾ ਹੋਇਆ। ਰਸਨਾ ਨੇ ਜਪਿਆ ਨਾਮ ਤੇ ਭਲਾ ਇਤਨਾ ਹੋਇਆ ਕਿ ਜਪਣ ਵਾਲੇ ਦਾ ਸਰੀਰ ਤੇ ਉਧਰਿਆ ਹੀ ਉਧਰਿਆ ਕੁਲਾਂ ਦਾ ਉਧਾਰ ਹੋ ਗਿਆ। ਪ੍ਰਹਿਲਾਦ ਜਨ ਕੇ ਇੱਕ ਹੀ ਕੁਲ ਉਧਾਰੇ। ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਜਿਸ ਵੇਲੇ ਆਪਣੇ ਸਪੁੱਤਰ ਬਾਬਾ ਮੋਹਰੀ ਜੀ ਨੂੰ ਬਚਨ ਕੀਤਾ ਨਾ, ਸਪੁੱਤਰ ਮੋਹਰੀ, ਅਸੀਂ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਹਿਰਦੇ ਦੇ ਅੰਦਰ ਗੁਰੂ ਜੋਤ ਰੱਖ ਦਿੱਤੀ ਏ। ਹੁਣ ਸਾਡੇ ਅੰਦਰ ਤੇ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਅੰਦਰ ਕੋਈ ਭੇਦ ਨਹੀਂ, ਅਸੀਂ ਇੱਕ ਸਰੂਪ ਹੋ ਗਏ ਹਾਂ। ਇਸ ਕਰਕੇ ਗੁਰੂ ਸਵਰੂਪ ਜਾਣ ਕਰਕੇ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਨੂੰ ਮਸਤਕ ਟੇਕਣਾ ਕਰੋ। ਪਿਤਾ ਸਤਿਗੁਰੂ ਜੀ ਦੀ ਆਗਿਆ ਮੰਨ ਕਰਕੇ ਬਾਬਾ ਮੋਹਰੀ ਜੀ ਨੇ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੀਆਂ ਮੁਬਾਰਕ ਚਰਨਾਂ ਦੇ ਉੱਪਰ ਮਸਤਕ ਟੇਕਿਆ ਹੈ। ਮੋਹਰੀ ਪੁੱਤ ਸਨ ਮੁਖ ਹੋਇਆ, ਰਾਮਦਾਸੈ ਪੈਰੀ ਪਾਏ ਜੀਓ। ਜਿਸ ਵੇਲੇ ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੀਆਂ ਚਰਨਾਂ ਦੇ ਉੱਪਰ ਨਮਸਕਾਰ ਕੀਤੀ ਹੈ ਨਾ, ਤੇ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਪ੍ਰਸੰਨ ਹੋ ਕੇ ਬਚਨ ਕਰਦੇ ਨੇ, ਮੋਹਰੀ ਭਗਤਾਂ ਦੀਆਂ ਤੇ 21 ਕੁਲਾਂ ਤਰਦੀਆਂ ਨੇ, ਤੂੰ ਦੁੱਗਣੀਆਂ ਤਾਰ ਲੀਆਂ, ਤੇਰੀਆਂ 42 ਤਰੀਆਂ। ਇਸ ਪ੍ਰਕਾਰ ਅਕਾਲ ਪੁਰਖ ਵਾਹਿਗੁਰੂ ਜੀ ਦੇ ਸਰੂਪ ਸਤਿਗੁਰੂ ਜੀ ਦਾ ਹੁਕਮ ਮੰਨਣੇ ਦੇ ਨਾਲ, ਬਚਨ ਮੰਨਣੇ ਦੇ ਨਾਲ ਹੀ ਸਤਿਗੁਰੂ ਜੀ ਨੇ ਬਚਨ ਕਰਨਾ ਕੀਤਾ, 42 ਕੁਲਾਂ ਤਰ ਗਈਆਂ। ਤੇ ਭਗਤ ਜਨਾਂ ਦੀਆਂ ਇਸੇ ਪ੍ਰਕਾਰ 21 ਕੁਲਾਂ ਤੇ 101 ਕੁਲਾਂ ਦਾ ਵੇਰਵਾ ਵੀ ਆਉਂਦਾ ਹੈ। ਜਿਹੜੇ ਆਤਮ ਗਿਆਨੀ ਬ੍ਰਹਮ ਗਿਆਨੀ ਮਹਾਂਪੁਰਖ ਹੁੰਦੇ ਨੇ 101 ਕੁਲਾਂ ਤਰ ਜਾਂਦੀਆਂ ਨੇ। ਰਸਨਾ ਇੱਕ ਨੇ ਨਾਮ ਜਪਿਆ ਤੇ ਕੁਲਾਂ ਤਰ ਗਈਆਂ 21, 42 ਜਾਂ 101। ਤੇ ਸਾਧ ਸੰਗਤ ਜੀ, ਫਿਰ ਐਸੀ ਰਸਨਾ ਤੋਂ ਜ਼ਿਆਦਾ ਹੋਰ ਪਿਆਰਾ ਕੌਣ ਹੋ ਸਕਦਾ ਜਿਹੜਾ ਸਾਰਿਆਂ ਦਾ ਹੀ ਉਧਾਰ ਕਰ ਦੇਵੇ। ਇਸ ਕਰਕੇ ਹਜ਼ੂਰ ਫਰਮਾਵਣਾ ਕਰਦੇ ਨੇ, ਪਿਆਰੇ ਦਾ ਕਰਮ ਹੁੰਦਾ ਭਲਾ ਕਰਨਾ। ਹੇ ਰਸਨਾ, ਤੂੰ ਕੁਲਾਂ ਦਾ ਭਲਾ ਕਰਨ ਵਾਲੀ, ਉਧਾਰ ਕਰਨੇ ਵਾਲੀ ਹੋਣੇ ਕਰਕੇ ਪਿਆਰੀ ਹੋ ਜਾਵੇਂਗੀ। ਕਹਿਣ ਤੋਂ ਭਾਵ ਸ਼ੋਭਨੀਕ ਹੋ ਜਾਵੇਂਗੀ। ਇਸੇ ਹੀ ਪ੍ਰਕਾਰ ਅੰਮ੍ਰਿਤ ਰਸ ਪੀਵਹੁ ਪ੍ਰਭ ਪਿਆਰੇ। ਹੇ ਰਸਨਾ, ਹੇ ਜ਼ੁਬਾਨ, ਹੇ ਵਾਕ ਇੰਦਰੇ, ਹਰੀ ਪ੍ਰਮਾਤਮਾ ਵਾਹਿਗੁਰੂ ਜੀ ਦੇ ਅੰਮ੍ਰਿਤ ਨਾਮ ਨੂੰ ਚਖਦਿਆਂ ਹੋਇਆਂ, ਪੀਂਦਿਆਂ ਹੋਇਆਂ, ਜਪਦਿਆਂ ਹੋਇਆਂ, ਆਰਾਧਦਿਆਂ ਹੋਇਆਂ ਪ੍ਰਭ ਪਿਆਰੀ, ਤੂੰ ਪ੍ਰਭੂ ਦੀ ਹੀ ਪਿਆਰੀ ਹੋ ਜਾਵੇਂਗੀ। ਐਸਾ ਪ੍ਰਭੂ ਜੀ ਦਾ ਪਿਆਰ ਤੈਨੂੰ ਲੱਗੇਗਾ ਦੁਨੀਆ ਦੇ ਸਾਰੇ ਹੀ ਸਵਾਦਲੇ ਤੇ ਰਸਦਾਇਕ ਪਦਾਰਥਾਂ ਦੇ ਨਾਲੋਂ ਜ਼ਿਆਦਾ ਅੰਮ੍ਰਿਤ ਰਸ ਭਰਪੂਰ ਨਾਮ ਦੇ ਵਿੱਚੋਂ ਆਨੰਦ ਮਾਣਨਾ ਕਰੇਗੀ। ਐਸੀ ਪ੍ਰਭੂ ਜੀ ਦੇ ਨਾਮ ਦੀ ਰਸੀਆ ਹੋ ਕਰਕੇ ਰਸ ਨੂੰ ਮਾਨਣਾ ਕਰੇਗੀ, ਪ੍ਰਭੂ ਰਸ ਦੀ ਹੀ ਪਿਆਰੀ ਹੋ ਜਾਵੇਗੀ। ਇਹ ਰਸਨਾ ਤੂੰ ਅਨਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ।
ਜੀਵਨ ਭਰ ਜੀਵਨ ਪ੍ਰਯੰਤ ਮਨੁੱਖ ਸਵਾਦਲੇ ਭੋਜਨ ਖਾਂਦਾ ਹੈ, ਰੋਜ਼ ਤੜਕੇ ਲਾ ਕੇ ਖਾਂਦਾ ਹੈ, ਨਿਤ ਮਠਿਆਈਆਂ ਖਾਂਦਾ ਹੈ, ਬੜੇ ਫਲ ਖਾਂਦਾ ਹੈ। ਨਹੀਂ ਜੀ, ਇਹ ਮਿੱਠਾ ਨਹੀਂ, ਚੰਗਾ ਨਹੀਂ ਲੱਗਦਾ। ਸਾਰੀ ਜ਼ਿੰਦਗੀ ਫਲ ਖਾਂਦਾ ਰਹਿੰਦਾ, ਪਦਾਰਥ ਖਾਂਦਾ ਰਹਿੰਦਾ, ਪਰ ਰਸਨਾ ਜਿਹੜੀ ਹੈ ਰੱਜਦੀ ਨਹੀਂ। ਰਸਨਾ ਤੂੰ ਤ੍ਰਿਪਤ ਹੋ ਜਾਵੇਂਗੀ, ਅੰਮ੍ਰਿਤ ਰਸ ਨੂੰ ਚੱਖ ਕਰਕੇ ਪ੍ਰਭੂ ਜੀ ਦੀ ਪਿਆਰੀ ਹੋ ਜਾਵੇਂਗੀ। ਪਦਾਰਥਾਂ ਦੀ ਤੇਰੀ ਭੁੱਖ ਮਿਟ ਜਾਵੇਗੀ, ਚਸਕਿਆਂ ਦੀ ਚਾਹਤ ਨਹੀਂ ਰਹਿ ਜਾਵੇਗੀ। ਹਰੀ ਪਰਮਾਤਮਾ ਵਾਹਿਗੁਰੂ ਜੀ ਦੇ ਅੰਮ੍ਰਿਤ ਨਾਮ ਨੂੰ ਰਸ ਨੂੰ ਚਖਣਾ ਕਰ। ਵਿਸ਼ਰਾਮ ਦੇ ਕਰਕੇ ਸਾਹਿਬ ਜੀ ਫਰਮਾਉਂਦੇ ਹਨ ਜੀ, ਸੁਖ ਸਹਿਜ ਰਸ ਮਹਾ ਆਨੰਦਾ। ਜੋ ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਹੈ ਨਾ, ਉਸ ਨੂੰ ਸੂਖ ਪ੍ਰੇਮ ਦੇ ਸਹਿਤ ਜਪਣਾ ਕਰ। ਤੇ ਜਦੋਂ ਪ੍ਰੇਮ ਦੇ ਨਾਲ ਜਪੇਗਾ ਤੇ ਤੈਨੂੰ ਸਹਿਜ ਗਿਆਨ ਦੀ ਪ੍ਰਾਪਤੀ ਹੋਵੇਗੀ। ਜਿਸ ਵੇਲੇ ਵਾਹਿਗੁਰੂ ਜੀ ਦੇ ਨਾਮ ਨੂੰ ਜਪੇਗਾ ਤੇ ਸੂਖ, ਤੈਨੂੰ ਸਾਰੇ ਹੀ ਸੁੱਖਾਂ ਦੀ ਪ੍ਰਾਪਤੀ ਹੋਵੇਗੀ ਤੇ ਸਹਿਜ ਸਰੂਪ ਪਰਮਾਤਮਾ ਜੀ ਦੇ ਅਚੁੱਤ ਸੁਖ ਨੂੰ ਮੰਨਣ ਵਾਲੇ ਹੋਵੇਗਾ। ਰਸ ਮਹਾ ਆਨੰਦਾ, ਉਸ ਸਹਿਜੇ ਹੀ ਸੁਭਾਵਿਕ ਹੀ ਪਰਮਾਤਮਾ ਜੀ ਦੇ ਸੁਖ ਸਰੂਪ ਨਾਮ ਨੂੰ ਜਪਣਾ ਕਰ। ਤੇ ਜਿਹੜਾ ਵੱਡਾ ਭਾਰੀ ਮਹਾਰਸ ਹੈ, ਅੰਮ੍ਰਿਤ ਰਸ ਹੈ, ਤੈਨੂੰ ਪ੍ਰਾਪਤ ਹੋਵੇਗਾ, ਜਿਹੜਾ ਆਨੰਦਦਾਇਕ ਹੈ, ਮੰਗਲ ਖੁਸ਼ੀਆਂ ਦਾ ਦਾਇਤ ਹੈ, ਕਲਿਆਣਕਾਰੀ ਹੈ। ਇਸੇ ਪ੍ਰਕਾਰ ਜਦੋਂ ਸਹਿਤ ਪ੍ਰੇਮ ਦੇ ਸੁਭਾਵਿਕ ਹੀ ਵਾਹਿਗੁਰੂ ਜੀ ਦੇ ਮਹਾਰਸ ਨਾਮ ਨੂੰ ਮੰਨਣਾ ਕਰੇਗਾ ਨਾ, ਤੇ ਭਾਈ ਆਨੰਦਾ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਦੁਆਰਾ ਬ੍ਰਹਮਾ ਆਨੰਦ ਦੀ ਪ੍ਰਾਪਤੀ ਤੈਨੂੰ ਹੋਵੇਗੀ, ਜਿਹੜਾ ਸਾਰਿਆਂ ਦੇ ਨਾਲੋਂ ਵੱਡਾ ਭਾਰੀ ਆਨੰਦ ਹੈ। ਆਤਮ ਸਰੂਪ ਦੀ ਪ੍ਰਾਪਤੀ ਸਹਿਜ ਗਿਆਨ ਦੇ ਸਦਕਾ ਹੋਵੇਗੀ। ਵੱਡਾ ਭਾਰੀ ਆਨੰਦ ਪ੍ਰਮਾਤਮਾ ਜੀ ਦੇ ਸੁਖ ਦਾ ਪ੍ਰਾਪਤ ਕਰੇਗਾ। ਜਪ ਜਪ ਜੀਵੇ ਪਰਮਾਨੰਦਾ। ਜੋ ਗੁਰਮੁਖ ਨੇ ਉਹ ਜਪ ਰਸਨਾ ਦੇ ਨਾਲ ਵੀ ਜਪਦੇ ਨੇ ਤੇ ਜਪ ਹਿਰਦੇ ਕਰਕੇ ਵੀ ਜਪਦੇ ਨੇ। 2 ਵਾਰ ਜਪ ਆਇਆ ਨਾ, ਉਹ ਜ਼ੁਬਾਨ ਨਾਲ ਵੀ ਜਪਦੇ ਨੇ ਤੇ ਹਿਰਦੇ ਕਰਕੇ ਵੀ ਵਾਹਿਗੁਰੂ ਜੀ ਦੇ ਨਾਮ ਨੂੰ ਹੀ ਜਪਦੇ ਨੇ। ਅੰਤਰ ਗੁਰ ਆਰਾਧਨਾ ਜਿਹਵਾ ਜਪ ਗੁਰ ਨਾਉ। ਜਿੱਥੇ ਹਿਰਦੇ ਨੂੰ ਚਿੰਤਨ ਵਿੱਚ ਲਾ ਕਰਕੇ ਰੱਖਦੇ ਨੇ, ਜ਼ੁਬਾਨ ਨੂੰ ਵੀ ਸਿਮਰਨ ਭੁੱਲਣ ਨਹੀਂ ਦਿੰਦੇ। ਐਸਾ ਤਿਨਾਂ ਦਾ ਸੁਭਾਅ ਪ੍ਰੇਮ ਪੂਰਵਕ ਬਣ ਜਾਂਦਾ ਹੈ। ਉਹ ਤਾਂ ਜਪ ਜਪ ਕੇ ਮਨ ਕਰਕੇ ਤੇ ਤਨ ਰਸਨਾ ਕਰਕੇ ਜੀਵੇ ਜਿਉਂਦੇ ਨੇ। ਨਾਮ ਹੀ ਉਹਨਾਂ ਦਾ ਜੀਵਨ ਹੈ। ਪਰਮਾਨੰਦਾ ਤੇ ਜਪ ਜਪ ਕਰਕੇ ਪਰਮ ਆਨੰਦ, ਕੇਵਲ ਮੁਕਤੀ, ਬ੍ਰਹਮਾਨੰਦ ਦੀ ਮੁਕਤੀ ਦੇ ਸਵਾਦ ਨੂੰ, ਆਨੰਦ ਨੂੰ, ਰਸ ਨੂੰ ਪ੍ਰਾਪਤ ਕਰਨਾ ਕਰਦੇ ਨੇ। ਇਸੇ ਹੀ ਪ੍ਰਕਾਰ ਜਪ ਜਪ ਜੀਵੇ ਪਰਮਾਨੰਦਾ। ਸਿੱਖਾਂ ਤੇ ਇਸ ਵਾਹਿਗੁਰੂ ਜੀ ਦੇ ਨਾਮ ਨੂੰ ਰਸਨਾ ਦੇ ਨਾਲ ਵੀ ਜਪ, ਹਿਰਦੇ ਕਰਕੇ ਵੀ ਜਪ। ਮਹਾਰਾਜ ਪ੍ਰਾਪਤ ਕੀ ਹੋਵੇਗਾ? ਜੀਵੇ, ਸਦੀਵ ਕਾਲ ਦਾ ਆਤਮਿਕ ਜੀਵਨ ਪ੍ਰਾਪਤ ਕਰ ਲਵੇਗਾ। ਸ਼ਬਦ ਮਰਹੁ ਫਿਰ ਜੀਵਹੁ ਸਦ ਹੀ, ਤਾਂ ਫਿਰ ਮਰਨ ਨਾ ਹੋਈ। ਸਤਿਗੁਰੂ ਜੀ ਦੇ ਉਪਦੇਸ਼ ਦੁਆਰਾ ਹਿਰਦੇ ਦੇ ਅੰਦਰੋਂ ਹਉਮੈ ਭਾਵ ਨੂੰ ਮਾਰ ਲਵੋ, ਬਹੁੜੋ ਜੂਨਾ ਵਿੱਚ ਆ ਕਰਕੇ ਜੰਮਣਾ ਮਰਨਾ ਨਹੀਂ ਹੋਵੇਗਾ। ਜਪ ਜਪ ਜੀਵੇ, ਰਾਤ ਵੀ ਜਪਣਾ ਕਰੋ ਤੇ ਜਪ ਦਿਨੇ ਵੀ ਜਪਣਾ ਕਰੋ। ਐਸੇ ਪ੍ਰਮਾਤਮਾ ਵਾਹਿਗੁਰੂ ਜੀ ਦੇ ਨਾਮ ਨੂੰ ਜਪ ਅੰਮ੍ਰਿਤ ਵੇਲੇ ਵੀ ਜਪਣਾ ਕਰੋ ਤੇ ਕੰਮਕਾਰ ਧੰਦੇ ਧੰਧਾਰ ਕਰਦਿਆਂ ਵੀ ਜਪ ਜਪਣਾ ਕਰੋ। ਹਾਥ ਪਾਓ ਕਰ ਕਾਮ ਸਭ ਚੀਤ ਨਿਰੰਜਨ ਨਾਲ। ਤੇ ਜਿਹੜਾ ਮਨ ਸਿਮਰਨ ਵੱਲੋਂ ਮਰਿਆ ਹੋਇਆ ਨਾ, ਇਹ ਸਿਮਰਨ ਵੱਲ ਜੀਵੇ, ਜਿਉਂਦਾ ਹੋ ਜਾਵੇਗਾ ਤੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਪਰਮ ਆਨੰਦ ਬ੍ਰਹਮ ਗਿਆਨ ਨੂੰ ਪ੍ਰਾਪਤ ਕਰੇਗਾ। ਕਾਮ ਕ੍ਰੋਧ ਲੋਭ ਮਦ ਖੋਏ। ਇਹ ਨਾਮ ਜਪਣੇ ਦਾ ਵੱਡਾ ਭਾਰੀ ਮਹਾਤਮ ਹੈ, ਕਿਉਂਕਿ ਸਿੱਖਾਂ ਦੀ ਬੇਨਤੀ ਸੀ, ਮਹਾਰਾਜ ਮਿਲੇਗਾ ਕੀ? ਤੇ ਹਜ਼ੂਰ ਨੇ ਸ਼ਬਦ ਦੇ ਅੰਦਰ ਜਿਤਨੀਆਂ ਪੰਕਤੀਆਂ ਤੇ ਪੰਕਤੀਆਂ ਦੇ ਅੰਦਰ ਜਿਤਨੇ ਅੱਖਰ ਉਚਾਰੇ ਨੇ, ਅੱਖਰ ਅੱਖਰ ਦੁਆਰਾ ਨਾਮ ਦੇ ਮਹਾਤਮ ਨੂੰ ਕਥਨ ਕਰਨਾ ਕੀਤਾ ਹੈ। ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਵੱਡੇ ਭਾਰੀ ਦੁਸ਼ਮਣ ਨੇ। ਹੇ ਕਾਮੰ ਨਰਕ ਬਿਸਰਾਮੰ ਬਹੁ ਜੋਨੀ ਭਰਮਾਵਣ ਹੈ। ਨਰਕਾਂ ਵਿੱਚ ਪਾਉਣ ਤੋਂ ਉਪਰੰਤ ਵੀ ਖਹਿੜਾ ਨਹੀਂ ਛੱਡਦਾ ਤੇ ਬਹੁਤੀਆਂ ਜੂਨੀਆਂ ਅੰਦਰ ਭਰਮਾਉਂਦਾ ਹੈ। ਤੇ ਕਾਮ ਖੋਏ, ਉਹਨਾਂ ਦੇ ਹਿਰਦੇ ਚੋਂ ਕਾਮ ਦਾ ਅਭਾਵ ਨਾਸ਼ ਹੋ ਜਾਂਦਾ ਜਿਹੜੇ ਨਾਮ ਨੂੰ ਜਪਦੇ ਨੇ। ਇਸੇ ਪ੍ਰਕਾਰ ਕ੍ਰੋਧ, ਹੇ ਕਲ ਮੂਲ ਕ੍ਰੋਧੰ। ਜਿਹੜਾ ਕ੍ਰੋਧ ਹੈ ਨਾ, ਇਹ ਕਲ ਮੂਲ ਸਾਰੀਆਂ ਕਲਾ ਦਾ, ਕਲੇਸ਼ਾਂ ਦਾ ਮੁੱਢ ਹੈ। ਤੇ ਹਜ਼ੂਰ ਫਰਮਾਉਂਦੇ ਨੇ ਕ੍ਰੋਧ ਖੋਏ, ਉਹਨਾਂ ਦਾ ਕ੍ਰੋਧ ਵੀ ਨਾਸ਼ ਹੋ ਗਿਆ ਜਿਨ੍ਹਾਂ ਨੇ ਨਾਮ ਨੂੰ ਜਪਿਆ। ਲੋਭ, ਜਿਸ ਨੂੰ ਹਲਕੇ ਕੁੱਤੇ ਦੀ ਤੁਲਨਾ ਦਿੱਤੀ ਏ, ਲੋਭ ਸਵਾਨ ਸਭ ਹਲਕੇ ਹੈ, ਇਸ ਹਲਕੇ ਉਹ ਸਭ ਹੈ ਬਿਗਾਰੇ। ਇਹ ਲੋਭ ਰੂਪੀ ਜਿਹੜਾ ਕੁੱਤਾ ਨਾ,
ਇਹ ਲੋਭ ਰੂਪੀ ਵਿਕਾਰ ਵੀ ਹਿਰਦੇ ਦੇ ਵਿੱਚੋਂ ਖੋਏ ਨਾਸ਼ ਹੋ ਜਾਂਦਾ ਹੈ। ਇਸੇ ਪ੍ਰਕਾਰ ਸਾਧ ਸੰਗਤ ਜੀ ਮਦ ਨਾਮ ਹੰਕਾਰ ਦਾ ਹੈ। ਜੋਬਨ ਦਾ ਹੰਕਾਰ, ਸੋਹਣੇ ਸਰੂਪ ਦਾ ਹੰਕਾਰ, ਗੁਣਾ ਦਾ ਹੰਕਾਰ, ਉੱਚੀ ਜਾਤੀ ਦਾ ਹੰਕਾਰ, ਪੈਸੇ ਦਾ ਹੰਕਾਰ, ਆਪਣੀ ਤਾਕਤ ਬਲ ਦਾ ਹੰਕਾਰ। ਇਹ ਜਿਸ ਨੂੰ ਵੀ ਮਦ ਆ ਜਾਂਦਾ ਛੱਡਦਾ ਨਹੀਂ। ਰਾਜ ਮਦ, ਰਾਜ ਸੱਤਾ ਦਾ ਹੰਕਾਰ। ਜੇ ਇਹ ਹੰਕਾਰ ਰਾਵਣ ਨੂੰ ਆ ਗਿਆ ਤੇ ਮਾਰਿਆ ਗਿਆ, ਜੇ ਇਹ ਹੰਕਾਰ ਹਰਨਾਕਸ਼ ਨੂੰ ਆਇਆ ਤੇ ਮਾਰਿਆ ਗਿਆ, ਜੇ ਦੁਰਜੋਧਨ ਨੂੰ ਆ ਗਿਆ ਤੇ ਦੁਰਜੋਧਨ ਕਾ ਮਥਿਆ ਮਾਨ, ਉਸ ਦਾ ਹੰਕਾਰ ਵੀ ਟੁੱਟ ਗਿਆ, ਤੋੜ ਦਿੱਤਾ ਗਿਆ। ਇਸ ਪ੍ਰਕਾਰ ਪਰਮਾਤਮਾ ਜੀ ਵੱਲੋਂ ਵਿਕਾਰੀ ਪੁਰਸ਼ ਬਚਦਾ ਨਹੀਂ ਤੇ ਵਿਕਾਰ ਹੀ ਉਸ ਨੂੰ ਮਾਰ ਦਿੰਦੇ ਨੇ। ਹੰਕਾਰਿਆ ਸੋ ਮਾਰਿਆ। ਹਜ਼ੂਰ ਫਰਮਾਨ ਕਰਦੇ ਨੇ, ਕਾਮ ਕ੍ਰੋਧ ਲੋਭ ਮੋਹ ਹੰਕਾਰ ਵੱਡੇ ਭਾਰੀ ਦੁਸ਼ਮਣ ਨੇ ਤੇ ਨਾਮ ਦੀ ਮਹਿਮਾ ਐਸੀ ਹੈ, ਸਾਰੇ ਹੀ ਏਕ ਵਿਕਾਰ ਖੋਏ ਨਾਸ਼ ਹੋ ਜਾਂਦੇ ਹਨ ਜੀ। ਸਾਧ ਕੈ ਸੰਗ ਕਿਲ ਬਿਖ ਸਭ ਧੋਏ। ਮਹਾਰਾਜ ਅਸੀਂ ਤੇ ਪਾਪੀ ਜੀਵ ਭੁੱਲਣਹਾਰ, ਸਾਡੇ ਸਾਰੇ ਪਾਪ ਕਿਵੇਂ ਤੋਂ ਪਣਗੇ। ਤੇ ਹਜ਼ੂਰ ਫਰਮਾਵਣਾ ਕਰਦੇ ਨੇ, ਸ੍ਰੇਸ਼ਟ ਸਤਿਗੁਰੂ ਜੀ ਦੀ ਸੰਗਤ ਕਰਨਾ ਕਰੋ। ਸ੍ਰੇਸ਼ਟ ਸਤਿਗੁਰੂ ਜੀ, ਪੂਰੇ ਸਤਿਗੁਰੂ ਸਾਧ ਕਾ ਭਾਵ ਸ੍ਰੇਸ਼ਟ ਸਤਿਗੁਰੂ ਜੀ ਦੀ ਸੰਗਤ ਕਰਨਾ ਕਰੋ। ਕਿਲਵਿਖ ਸਭ ਧੋਏ, ਹਿਰਦੇ ਦੇ ਵਿੱਚੋਂ ਸਾਰੇ ਕਿਲਵਿਖ ਪਾਪ ਧੋਤੇ ਜਾਣਗੇ। ਇਸੇ ਹੀ ਪ੍ਰਕਾਰ ਸਾਧ ਕੈ ਸੰਗ ਕਿਲ ਬਿਖ ਸਭ ਧੋਏ। ਸਾਧ ਸੰਗਤ ਦੇ ਅੰਦਰ ਪ੍ਰਮਾਤਮਾ ਜੀ ਪ੍ਰਗਟ ਹੀ ਵਸਦੇ ਨੇ। ਜਿਵੇਂ ਦਰਿਆਵਾਂ, ਨਦੀਆਂ, ਝੀਲਾਂ, ਤਲਾਬਾਂ ਦੇ ਅੰਦਰ ਪਾਣੀ ਪ੍ਰਗਟ ਹੀ ਆ ਨਾ, ਵਿੱਚ ਸੰਗਤ ਹਰ ਪ੍ਰਭ ਵਸੈ ਜੀਓ। ਸਾਧ ਸੰਗਤ ਦੇ ਅੰਦਰ ਵਾਹਿਗੁਰੂ ਜੀ ਦਾ ਵਾਸਾ ਹੈ। ਇਸ ਕਰਕੇ ਗੁਰਸਿੱਖੋ ਸਾਧ ਸੰਗਤ ਦੇ ਨਾਲ ਮਿਲ ਕਰਕੇ ਅਥਵਾ ਵਾਹਿਗੁਰੂ ਜੀ ਦੇ ਸਾਧੂਆਂ ਦੇ ਨਾਲ ਮਿਲ ਕਰਕੇ ਜਪਣਾ ਕਰੋ। ਹਿਰਦੇ ਦੇ ਸਾਰੇ ਪਾਪ ਧੋਏ ਧੁੱਪ ਜਾਣਗੇ। ਕਰ ਕਿਰਪਾ ਪ੍ਰਭ ਦੀਨ ਦਿਆਲਾ। ਇਹ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ, ਵਾਹਿਗੁਰੂ ਜੀ ਦੇ ਚਰਨਾਂ ਦੇ ਨਾਲ ਸਾਨੂੰ ਜੁੜਨਾ ਵੀ ਨਹੀਂ ਆਉਂਦਾ ਤੇ ਜਪਣਾ ਵੀ ਨਹੀਂ ਆਉਂਦਾ। ਕਿਰਪਾ ਕਰਕੇ ਜੁਗਤ ਦੱਸੋ ਜੀ, ਜਪੀਏ ਕਿਵੇਂ ਤੇ ਜੁੜੀਏ ਕਿਵੇਂ। ਤੇ ਹਜ਼ੂਰ ਫਰਮਾਉਂਦੇ ਨੇ, ਪਿਆਰਿਓ ਸਦਾ ਪ੍ਰਭੂ ਜੀ ਦੇ ਚਰਨਾਂ ਵਿਖੇ ਬੇਨਤੀਆਂ ਕਰਦੇ ਰਹੋ। ਹੈ ਪ੍ਰਭੂ ਜੀ ਕਰ ਕਿਰਪਾ ਪ੍ਰਭ ਦੀਨ ਦਿਆਲਾ। ਦੀਨਾ ਤੇ ਦਇਆਲਤਾ ਕਰਨ ਵਾਲੇ ਪ੍ਰਮਾਤਮਾ ਜੀ ਸਾਡੇ ਉੱਪਰ ਆਪ ਜੀ ਕਿਰਪਾ ਕਰਨਾ ਕਰੋ। ਨਾਨਕ ਦੀਜੈ ਸਾਦਰ ਵਾਲਾ। ਤੇ ਸਤਿਗੁਰੂ ਸਾਹਿਬ ਜੀ ਫਰਮਾਵਣਾ ਕਰਦੇ ਨੇ, ਬੇਨਤੀ ਕਰਕੇ ਮੰਗਣਾ ਇਹ ਆ ਗੁਰਸਿੱਖੋ, ਸਾਨੂੰ ਪੂਰੇ ਸਤਿਗੁਰੂ ਜੀ ਦੀ ਦੀਜੈ ਸਾਦਰ ਵਾਲਾ, ਸ੍ਰੇਸ਼ਟ ਸਤਿਗੁਰੂ ਜੀ ਦੀ ਚਰਨਾਂ ਦੀ ਧੂੜੀ ਬਖਸ਼ਣਾ ਕਰੋ। ਸਤਿਗੁਰੂ ਜੀ ਦੀ ਚਰਨ ਧੂੜ ਐਸੀ ਹੈ, ਸਾਰੇ ਪਾਪਾਂ ਨੂੰ ਧੋ ਦਿੰਦੀ ਏ ਤੇ ਜੋ ਮਨ ਹੈ ਉਹ ਪਵਿੱਤਰ ਹੋ ਜਾਂਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਬਚਨਾਂ ਰੂਪੀ ਧੂੜੀ ਵੀ ਹਿਰਦੇ ਦੇ ਅੰਦਰ ਧਾਰਨ ਕਰੀਏ ਤੇ ਪ੍ਰਤੱਖ ਧੂੜੀ ਵੀ ਚਰਨਾਂ ਦੀ ਮਸਤਕ ਤੇ ਲਾਈਏ ਤੇ ਪਾਪ ਕਰਮ ਹੀ ਮਿਟ ਜਾਂਦੇ ਨੇ। ਇਸ ਕਰਕੇ ਪ੍ਰਭੂ ਪਰਮਾਤਮਾ ਜੀ ਦੇ ਪਾਸੋਂ ਬੇਨਤੀ ਕਰਕੇ ਪੂਰੇ ਸਤਿਗੁਰੂ ਜੀ ਦੀ ਚਰਨ ਧੂੜ ਮੰਗਣਾ ਕਰੋ। ਇਸੇ ਪ੍ਰਕਾਰ ਫਿਰ ਤੋਂ ਪੜ੍ਹ ਦਿਓ, ਕਰ ਕਿਰਪਾ ਕਰ ਕਿਰਪਾ ਪ੍ਰਭ ਦੀਨ ਦਿਆਲਾ। ਸਤਿਗੁਰੂ ਜੀ ਦੇ ਦਰ ਤੇ ਆ ਕਰਕੇ ਬੇਨਤੀ ਕਰਨੀ ਹੈ, ਹੇ ਦੀਨਾ ਤੇ ਦਇਆਲਤਾ ਕਰਨ ਵਾਲੇ ਪ੍ਰਭੂ ਜੀ ਦੇ ਸਰਗੁਣ ਸਰੂਪ ਸਤਿਗੁਰੂ ਜੀ, ਸਾਡੇ ਭੁੱਲਣ ਹਾਰ ਜੀਵਾਂ ਦੇ ਉੱਪਰ ਆਪ ਜੀ ਆਪਣੀ ਕਿਰਪਾ ਦ੍ਰਿਸ਼ਟੀ ਕਰਨਾ ਕਰੋ। ਨਾਨਕ ਦੀਜੈ ਸਾਧ ਰਵਾਲਾ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਕੇ ਸਾਨੂੰ ਸਾਧ ਜਨਾਂ ਦੀ ਰਵਾਲਾ ਚਰਨ ਧੂੜ ਬਖਸ਼ੋ। ਜੋ ਆਪ ਜੀ ਦੇ ਤਤਵੇ ਤੇ ਮਹਾਤਮਾ ਨੇ, ਬ੍ਰਹਮ ਨੇਸ਼ਟੀ, ਬ੍ਰਹਮ ਸਰੋਤਰੀ। ਬ੍ਰਹਮ ਸਰੋਤਰੀ ਤੋਂ ਭਾਵ ਹੈ ਜਿਤਨਾ ਵੀ ਸੁਣਦੇ ਨੇ ਨਾਮ ਹੀ ਸੁਣਦੇ ਨੇ। ਚਾਤ੍ਰਿਕ ਮੋਰ ਬੋਲਤ ਦਿਨ ਰਾਤੀ, ਸੁਨ ਘਨ ਹਰ ਕੀ ਘੋਰ। ਜੋ ਬੋਲਤ ਹੈ ਮ੍ਰਿਗ ਮੀਨ ਪੰਖੇਰੂ, ਸੋ ਬਿਨ ਹਰ ਜਾਪਤ ਹੈ ਨਹੀਂ ਹੋਰ। ਜੋ ਪੰਛੀ ਬੋਲਦੇ ਨੇ, ਜਾਨਵਰ ਬੋਲਦੇ ਨੇ, ਮਨੁੱਖ ਬੋਲਦੇ ਨੇ, ਹਵਾ ਦੀ ਸਰਰ ਦੀ ਆਵਾਜ਼ ਹੈ, ਪਾਣੀ ਦੇ ਵਹਿਣ ਦੀ ਆਵਾਜ਼ ਹੈ, ਹਰ ਇੱਕ ਆਵਾਜ਼ ਦੇ ਵਿੱਚੋਂ ਨਾਮ ਹੀ ਸੁਣਦਾ ਹੈ। ਸੋ ਕਹੀਏ ਬ੍ਰਹਮ ਸਰੋਤਰੀ। ਤੇ ਬ੍ਰਹਮ ਨੇਸ਼ਟੀ ਤੋਂ ਭਾਵ ਹੈ ਹਰ ਇੱਕ ਜੀਵ ਪ੍ਰਾਣੀ ਅਥਵਾ ਵਸਤੂ ਦੇ ਅੰਦਰ ਵਾਹਿਗੁਰੂ ਦੀ ਜੋਤ ਦੱਸਣੀ। ਭਾਈ ਕਨ੍ਹਈਆ ਜੀ ਵਾਂਗੂ ਸਭਨਾਂ ਦੇ ਅੰਦਰ ਕਲਗੀਧਰ ਸਾਹਿਬ ਜੀ ਦੇ ਦੀਦਾਰ, ਗੁਰੂ ਦਾ ਦੀਦਾਰ, ਗੁਰੂ ਕੀ ਜੋਤ, ਵਾਹਿਗੁਰੂ ਦੀ ਜੋਤ ਸਭਨਾਂ ਦੇ ਅੰਦਰ ਦੇਖਣੀ। ਸਾਧ ਸੰਗਤ ਜੀ ਇਹ ਬ੍ਰਹਮ ਨੇਸ਼ਟੀ ਮਹਾਤਮਾ ਹੁੰਦੇ ਨੇ। ਇਸ ਪ੍ਰਕਾਰ ਗਰੀਬ ਨਿਵਾਜ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ, ਗੁਰੂ ਅਰਜਨ ਦੇਵ ਸਾਹਿਬ ਜੀ, ਜਿਹੜੇ ਆਪ ਜੀ ਦੇ ਬ੍ਰਹਮ ਨੇਸ਼ਟੀ, ਬ੍ਰਹਮ ਸਰੋਤਰੀ ਮਹਾਤਮਾ ਨੇ,
ਤਿਨਾਂ ਦੀ ਚਰਨ ਧੂੜ ਸਾਨੂੰ ਕਿਰਪਾਲਤਾ ਕਰਕੇ ਬਖਸ਼ਣਾ ਕਰੋ। ਨਾਨਕ ਦਾਸ ਇਹ ਸੁਖ ਮੰਗੈ ਮੋਖੋ ਕਰ ਸੰਤਨ ਕੀ ਤੂਰੇ। ਐਸੇ ਆਪ ਜੀ ਦੇ ਪਿਆਰਿਆਂ ਦੀ ਚਰਨ ਧੂੜ ਮਿਲ ਜਾਵੇ, ਲੈ ਕਰਕੇ ਮੁਖ ਮਸਤਕ ਲਾ ਕਰਕੇ ਗਰੀਬ ਨਿਵਾਜ ਅਸੀਂ ਵੀ ਅਪਵਿੱਤਰਤਾ ਨੂੰ ਤਿਆਗ ਕਰਕੇ ਪਵਿੱਤਰ ਹੋ ਜਾਈਏ। ਇਸ ਪ੍ਰਕਾਰ ਸਿੱਖੋ ਸਤਿਗੁਰੂ ਜੀ ਦੇ ਮੁਬਾਰਕ ਚਰਨ ਕਮਲਾਂ ਵਿਖੇ ਬੇਨਤੀ ਕਰਦੇ ਰਹਿਣਾ ਹੈ। ਇਸ ਪ੍ਰਕਾਰ ਸਤਿਗੁਰੂ ਜੀ ਨੇ ਬੇਨਤੀ ਕਰਨੇ ਦੀ ਜਾਚ, ਨਾਮ ਦੀ ਮਹਿਮਾ ਤੇ ਜਪਣ ਵਾਲਿਆਂ ਦੀ ਮਹਿਮਾ ਪ੍ਰਗਟ ਕਰਕੇ ਗੁਰਸਿੱਖਾਂ ਦੇ ਪਰਥਾਏ ਉਚਾਰਨ ਕਰਕੇ ਸਰਬਤ ਲੋਕਾਈ ਨੂੰ ਸਾਂਝਾ ਉਪਦੇਸ਼ ਬਖਸ਼ਿਆ ਹੈ ਜੀ। ਗੌੜੇ ਮਹੱਲਾ ਪੰਜਵਾਂ। ਗੁਰਦੇਵ ਪਿਤਾ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਗੌੜੀ ਰਾਗ ਦੇ ਅੰਦਰ ਉਪਦੇਸ਼ ਦੀ ਬਖਸ਼ਿਸ਼ ਕਰ ਰਹੇ ਨੇ। ਜਿਸ ਕਾ ਦਿਆ ਪਨ ਖਾਏ। ਮਹਾਰਾਜ ਦੁਨੀਆ ਦੇ ਅੰਦਰ ਐਸੇ ਲੋਕ ਦੇਖੇ ਜਾਂਦੇ ਨੇ ਜਿਨ੍ਹਾਂ ਨੂੰ ਦੁਨਿਆਵੀ ਸੁੱਖ ਬਹੁਤ ਪ੍ਰਾਪਤ ਨੇ। ਧਨ ਦੀ ਵੀ ਪ੍ਰਾਪਤੀ ਹੈ, ਸਰੀਰ ਕਰਕੇ ਸੁੱਖਾਂ ਦੀ ਪ੍ਰਾਪਤੀ ਹੈ, ਰਹਿਣ ਸਹਿਣ ਉਹਨਾਂ ਦਾ ਸੁਚੱਜਾ ਪ੍ਰਤੀਤ ਹੁੰਦਾ ਹੈ, ਪਰ ਮਹਾਰਾਜ ਉਹ ਨਾਮ ਨਹੀਂ ਜਪਦੇ ਐਸੇ ਵੀ ਦੇਖੇ ਜਾਂਦੇ ਨੇ। ਤੇ ਹਜ਼ੂਰ ਫਰਮਾਵਣਾ ਕਰਦੇ ਨੇ ਭਾਈ ਉਹ ਗਾਫਲ ਨੇ, ਉਹ ਆਲਸੀ ਨੇ। ਉਹਨਾਂ ਦੇ ਵੱਲ ਵੇਖ ਕਰਕੇ ਗੁਰਸਿੱਖੋ ਆਲਸੀ ਤੇ ਗਾਫਲ ਨਹੀਂ ਹੋਣਾ। ਜਿਹੜੇ ਨਾਮ ਦੇ ਰਸੀਏ ਨੇ ਤਾਂ ਹੀ ਤਾਂ ਬਚਨ ਕੀਤਾ ਜਾਂਦਾ ਤਿੰਨਾਂ ਦੀ ਸੰਗਤ ਕਰੋ, ਰੰਗ ਲਾਗਤ 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 ਹੈ। ਨਾਮ ਰਸੀਆਂ ਦੀ ਸੰਗਤ ਕਰੋਗੇ ਤੇ ਨਾਮ ਰਸੀਏ ਹੋ ਜਾਵੋਗੇ, ਆਲਸੀਆਂ ਦੀ ਸੰਗਤ ਕਰੋਗੇ ਤੇ ਆਲਸੀ ਹੋ ਜਾਵੋਗੇ। ਜੋ ਜੈਸੀ ਸੰਗਤ ਮਿਲੈ ਸੋ ਤੈਸੋ ਫਲ ਖਾਏ। ਜਿਸ ਕਿਸੇ ਨੂੰ ਜਿਹੋ ਜਿਹੀ ਸੰਗਤ ਮਿਲ ਜਾਂਦੀ ਹੈ ਉਸ ਦਾ ਸੁਭਾਅ ਉਸਾ ਹੀ ਹੋ ਜਾਂਦਾ ਹੈ। ਤੇ ਹਜ਼ੂਰ ਫਰਮਾਵਣਾ ਕਰਦੇ ਨੇ ਭਾਈ ਜਿਸ ਦਾ ਦੀਆ ਪਹਿਨੈ ਖਾਏ। ਜਿਸ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਦਿੱਤੇ ਹੋਏ ਵਸਤਰਾਂ ਨੂੰ ਪਹਿਨਿਆ ਜੀਵ ਪਹਿਨਣਾ ਕਰਦਾ ਹੈ ਤੇ ਖਾਏ 36 ਪ੍ਰਕਾਰ ਦੇ 6 ਰਸਾਂ ਵਾਲੇ ਭੋਜਨਾਂ ਨੂੰ ਖਾਣਾ ਕਰਦਾ ਹੈ, ਛਕਦਾ ਹੈ, ਪੁੰਚਦਾ ਹੈ। ਤਿਸ ਸਿਉ ਆਲਸ ਕਿਉ ਬਨੈ ਮਾਏ। ਇਥੇ ਸਾਧ ਸੰਗਤ ਜੀ ਜਥਾ ਪ੍ਰਕਰਣੰ ਤਥਾ ਅਰਥੰ। ਜੈਸਾ ਪ੍ਰਕਰਨ ਚੱਲਦਾ ਹੋਵੇ ਨਾ ਅਰਥ ਪ੍ਰਕਰਨ ਅਨੁਸਾਰ ਹੁੰਦਾ ਹੈ। ਭਾਵੇਂ ਕਿ ਮਾਏ ਦਾ ਆਖਰੀ ਅਰਥ ਮਾਂ ਹੁੰਦਾ ਹੈ, ਪਰ ਇੱਥੇ ਉਪਦੇਸ਼ ਦਿੱਤਾ ਜਾ ਰਿਹਾ ਸਿੱਖਾਂ ਨੂੰ। ਇਸ ਕਰਕੇ ਸਾਧ ਸੰਗਤ ਜੀ ਪ੍ਰਕਰਨ ਦੇ ਅਨੁਸਾਰ ਅਰਥ ਲੱਗੇਗਾ ਹੇ ਭਾਈ। ਬੇਅੰਤ ਥਾਵਾਂ ਤੇ ਮਾਈ ਦਾ ਅਰਥ ਜਿਹੜਾ ਉਹ ਭਾਈ ਆਉਂਦਾ ਹੈ, ਇੱਥੇ ਵੀ ਮਾਏ ਦਾ ਅਰਥ ਭਾਈ ਹੈ। ਤਿਸ ਸਿਓ ਕਿਉ ਆਲਸ, ਤਿਸ ਸਿਓ ਆਲਸ ਕਿਉਂ ਬਨੈ ਮਾਏ। ਹੇ ਭਾਈ ਜੋ ਪਰਮਾਤਮਾ ਛਕਣ ਵਾਸਤੇ, ਖਾਣ ਵਾਸਤੇ ਸਾਰੇ ਪਦਾਰਥਾਂ ਦਾ ਦਾਤਾ ਹੈ, ਪਹਿਨਣ ਵਾਸਤੇ ਸੋਹਣੇ ਵਸਤਰਾਂ ਦਾ ਦਾਤਾ ਹੈ, ਇੱਜ਼ਤ ਢੱਕਣ ਵਾਸਤੇ, ਨੰਗੇਜ ਢੱਕਣ ਵਾਸਤੇ, ਗਰਮੀ ਦੀਆਂ ਲੋਵਾਂ ਤੋਂ ਬਚਣ ਵਾਸਤੇ ਤੇ ਠੰਡ ਪਾਲੇ ਤੋਂ ਕੱਕਰ ਤੋਂ ਬਚਣ ਵਾਸਤੇ, ਜਿਸ ਨੇ ਸਮੇਂ ਦੇ ਅਨੁਸਾਰ ਮੋਟੇ ਤੇ ਬਸਤਰ ਬਰੀਕ ਦੇਣਾ ਕੀਤੇ, ਮੋਟੇ ਤੇ ਸੂਖਮ ਕੱਪੜੇ ਦੇਣਾ ਕੀਤੇ ਤੇ ਜੀਵ ਨੂੰ ਉਸ ਦੇ ਸਰੀਰ ਦੇ ਮੁਤਾਬਕ ਖੁਰਾਕ ਦਿੱਤੀ। ਜਦੋਂ ਜੀਵ ਅਜੇ ਭੋਜਨ ਨਹੀਂ ਸੀ ਖਾ ਸਕਦਾ, ਮਾਤਾ ਦੇ ਸਰੀਰ ਵਿੱਚੋਂ ਅੰਮ੍ਰਿਤ ਵਰਗਾ ਦੁੱਧ ਪੈਦਾ ਕਰ ਦਿੱਤਾ ਹੈ। ਨਾ ਠੰਡਾ ਕਰਨ ਦੀ ਲੋੜ, ਨਾ ਤੱਤਾ ਕਰਨ ਦੀ ਲੋੜ, ਨਾ ਉਬਾਲਣ ਦੀ ਲੋੜ, ਨਾ ਮਿੱਠਾ ਪਾਉਣ ਦੀ ਲੋੜ। ਤੇ ਜਦੋਂ ਭੁੱਖ ਲੱਗੇ ਉਸੇ ਵੇਲੇ ਹਾਜ਼ਰ, ਦੇਰ ਵੀ ਨਹੀਂ ਲੱਗਦੀ। ਤੇ ਹਜ਼ੂਰ ਫਰਮਾਉਂਦੇ ਨੇ ਜਬ ਦਾਂਤ ਨਹੀਂ ਤਬ ਖੀਰ ਦਿਓ। ਜਦੋਂ ਮੂੰਹ ਵਿੱਚ ਦੰਦ ਨਹੀਂ ਸੀ ਅੰਮ੍ਰਿਤ ਵਰਗਾ ਦੁੱਧ ਛਕਣ ਵਾਸਤੇ ਦੇ ਦਿੱਤਾ। ਅਬ ਦਾਂਤ ਦੀਏ ਕਿਆ ਅੰਨ ਨਾ ਦੈ ਹੈ। ਤੇ ਜਿਸ ਪਰਮਾਤਮਾ ਨੇ ਭੋਜਨ ਛਕਣ ਵਾਸਤੇ ਦੰਦ ਦੇ ਦਿੱਤੇ ਕਿ ਦੰਦਾਂ ਦੇ ਨਾਲ ਚਿੱਥ ਚ ਪਾ ਕੇ ਛਕਣ ਵਾਸਤੇ ਹੁਣ ਭੋਜਨ ਨਹੀਂ ਪਰਮਾਤਮਾ ਜੀ ਦੇਣਗੇ। ਇਹ ਤੇ ਸਾਡੇ ਹਿਰਦੇ ਦੀ ਕਚਿਆਈ ਹੈ ਨਾ, ਨਿਸ਼ਚਾ ਵਾਹਿਗੁਰੂ ਜੀ ਦਾ ਟਿਕਦਾ ਨਹੀਂ ਤੇ ਆਪਣੇ ਯਤਨਾਂ ਨੂੰ ਅਸੀਂ ਵੱਡਾ ਕਰਕੇ ਜਾਣਦੇ ਹਾਂ। ਇਸ ਪ੍ਰਕਾਰ ਜਦੋਂ ਭਰ ਜੋਬਨ ਆਇਆ ਤੇ 36 ਪ੍ਰਕਾਰ ਦੇ ਭੋਜਨ ਛਕਣ ਵਾਸਤੇ ਦੇ ਦਿੱਤੇ। ਤੇ ਜੇ ਬੁਢਾਪਾ ਆ ਗਿਆ, ਮੰਜੇ ਤੇ ਬੈਠਾ ਹੈ ਤੇ ਬਿਰਧ ਭਇਆ ਉਪਰ ਸਾਕ ਸੈਨ, ਮੁਖ ਅਪਿਆਓ ਬੈਠ ਕਉ ਦੈਨ। ਬਜ਼ੁਰਗ ਹੋ ਗਿਆ, ਮੰਜੇ ਤੇ ਬੈਠਾ ਹੈ ਤੇ ਅਕਾਲ ਪੁਰਖ ਸਤਿਗੁਰੂ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਨੇ ਪੁੱਤਰ, ਪੋਤਰੇ, ਧੀਆਂ, ਨੋਹ ਇਤਿਆਦਿਕ ਸੰਬੰਧੀ ਦੇ ਦਿੱਤੇ, ਜਿਹੜੇ ਪਲੰਗੇ ਤੇ ਬੈਠੇ ਨੂੰ ਭੋਜਨ ਦਿੰਦੇ ਨੇ ਤੇ ਪ੍ਰਮਾਤਮਾ ਜੀ ਮੁਖ ਵਿੱਚ ਗਿਰਾਸ ਬੈਠਿਆਂ ਹੀ ਬਖਸ਼ ਦਿੰਦੇ ਨੇ। ਇਸ ਪ੍ਰਕਾਰ ਪ੍ਰਮਾਤਮਾ ਜੀ ਸਮੇਂ-ਸਮੇਂ ਅਨੁਸਾਰ ਸਰੀਰ ਦੀ ਕਿਰਿਆ ਤੇ ਲੋੜ ਦੇ ਮੁਤਾਬਕ ਭੋਜਨ ਦੇਣਾ ਕਰਦੇ ਨੇ। ਸਰਦੀ ਗਰਮੀ ਮੌਸਮ ਦੇ ਅਨੁਸਾਰ ਜਿਹੜੇ ਸੋਹਣੇ ਵਸਤਰਾਂ ਨੂੰ ਦੇਣਾ ਕਰਦੇ ਨੇ। ਤੇ ਸਿਓ ਆਲਸ ਕਿਉਂ ਬਣਾਇਆ।
ਭਾਈ ਐਸੇ ਬਖਸ਼ਿੰਦ ਪਦਾਰਥਾਂ ਦੇ ਦਾਤੇ ਵਾਹਿਗੁਰੂ ਜੀ ਦੇ ਨਾਮ ਨੂੰ ਜਪਦਾ ਹੋਇਆ ਆਲਸ ਕਿਵੇਂ ਬਣ ਆਉਂਦਾ ਏ? ਭਾਵ ਨਹੀਂ ਬਣ ਆਉਣਾ ਚਾਹੀਦਾ, ਕਦਾਚਿਤ ਵੀ ਆਲਸ ਨਹੀਂ ਕਰਨਾ ਚਾਹੀਦਾ। ਮੁਆਫ ਕਰਨਾ ਸਾਧ ਸੰਗਤ ਜੀ, ਸਾਡਾ ਮਨ ਐਸਾ ਹੈ ਨਾ, ਚੰਗਿਆਈ ਆਲਕ ਕਰੇ ਬੁਰਿਆਈ ਹੋਏ ਸ਼ੇਰ। ਜਦੋਂ ਤੇ ਚੰਗਾ ਕੰਮ ਕਰਨਾ ਤੇ ਫਿਰ ਆਲਕ ਬੜਾ ਆਲਸ ਕਰਦਾ ਹੈ, ਤੇ ਚੰਗਾ ਕੰਮ ਅੰਮ੍ਰਿਤ ਵੇਲੇ ਉੱਠ ਕਰਕੇ ਨਾਮ ਜਪਣਾ ਤੇ ਫਿਰ ਬੜਾ ਆਲਸ ਕਰਦਾ ਹੈ। ਚੰਗੇ ਕੰਮ ਨੂੰ ਆਲਸ, ਇਸੇ ਪ੍ਰਕਾਰ ਬੁਰੇ ਕਾਮ ਕੋ ਊਠ ਖਲੋਇਆ। ਨਾਮ ਕੀ ਬੇਲਾ ਪੈ ਪੈ ਸੋਇਆ। ਨਾਮ ਵੇਲੇ ਤੇ ਲੰਬੀਆਂ ਤਾਣ ਕੇ ਸੌ ਜਾਂਦਾ ਹੈ, ਤੇ ਬੁਰੇ ਕੰਮ ਕਰਨ ਵਾਸਤੇ, ਵਿਕਾਰ ਇਤਿਆਦਿਕ ਭੋਗਣ ਵਾਸਤੇ, ਚੋਰੀ ਚਕਾਰੀ ਵਾਸਤੇ, ਬੁਰੀ ਬਿਰਤੀ ਵਾਲਾ ਮੈਲੇ ਮਨ ਵਾਲਾ ਇਨਸਾਨ ਝੱਟ ਹੀ ਉੱਠ ਖੜਾ ਹੁੰਦਾ ਹੈ। ਹਜ਼ੂਰ ਫਰਮਾਵਣਾ ਕਰਦੇ ਨੇ, ਚੰਗਿਆਈ ਵਾਸਤੇ ਬੜਾ ਆਲਸ ਕਰਦਾ ਹੈ, ਬੁਰਿਆਈ ਕਰਨ ਵਾਸਤੇ ਝੱਟ ਹੀ ਤਕੜਾ ਹੋ ਜਾਂਦਾ ਹੈ। ਇਸੇ ਪ੍ਰਕਾਰ ਚੰਗਿਆਈ ਆਲਕ ਕਰੇ। ਆਲਕ ਤੋਂ ਭਾਵ ਹੈ ਮਾਸਾ ਕੋ। ਚੰਗਿਆਈ ਕਰਨ ਵੇਲੇ ਤੇ ਇਸ ਦਾ ਜਿਹੜਾ ਜਿਗਰਾ ਹੈ, ਹਿਰਦਾ ਮਾਸਾ ਕੁ ਜਿੰਨਾ ਹੀ ਹੋ ਜਾਂਦਾ ਹੈ। ਕਿਤੇ ਕਮਾਈ ਵਿੱਚੋਂ ਦਸਵੰਧ ਦੇਣਾ ਪਵੇ ਨਾ ਤੇ ਹਿਰਦਾ ਮਾਸਾ ਕੁ ਜਿੰਨਾ ਹੀ ਰਹਿ ਜਾਂਦਾ ਹੈ। ਲੱਖ ਰੁਪਈਆ ਕਮਾਇਆ ਤੇ ਹੌਲ ਪੈਂਦੇ ਦਿਲ ਨੂੰ 10,000 ਦਸਵੰਧ ਬਣ ਗਿਆ, 10,000 ਦੇਣਾ ਪਊਗਾ। ਜਿਹੜਾ 10,000 ਦਸਵੰਧ ਕੱਢਣਾ ਪੈਣਾ ਉਹਦੇ ਨਾਲ ਤੇ ਹੌਕਾ ਨਿਕਲ ਗਿਆ, ਪਰ ਜਿਹੜਾ 90,000 ਆਪਣੇ ਕੋਲ ਪਿਆ ਉਹ ਥੋੜਾ ਲੱਗਦਾ ਹੈ। ਆਲਕ ਹੈ ਨਾ, ਨਹੀਂ ਦੇਣਾ ਚਾਹੁੰਦਾ। ਤੇ ਬੁਰਿਆਈ ਹੋਏ ਸ਼ੇਰ, ਬੁਰਾ ਕੰਮ ਕਰਨਾ ਹੋਵੇ ਤੇ ਸ਼ੇਰ ਬਣ ਜਾਂਦਾ ਹੈ। ਕਹਿੰਦਾ ਦੇਖ ਲਵਾਂਗਾ ਤੈਨੂੰ ਵੱਡੇ ਸਾਹ ਨੂੰ, ਆ ਜੀ ਜਿੱਥੇ ਮਿਲਣਾ ਟੱਕਰ ਨਹੀਂ ਟਾਈਮ ਪਾ ਲਾ। ਬੁਰੇ ਕੰਮ ਵਾਸਤੇ, ਲੜਨ ਵਾਸਤੇ, ਹਿਰਦੇ ਤੋੜਨ ਵਾਸਤੇ, ਅੰਗ ਪਾਰ ਤੋੜਨ ਵਾਸਤੇ ਸ਼ੇਰ ਬਣ ਜਾਂਦਾ ਹੈ। ਹਜ਼ੂਰ ਫਰਮਾਵਣਾ ਕਰਦੇ ਨੇ, ਭਾਈ ਤੂੰ ਨਾਮ ਜਪਣ ਵਾਸਤੇ ਸ਼ੇਰ ਬਣ। ਨਾਮ ਜਪਣ ਵਾਸਤੇ ਉਦਮ ਕਰਨਾ ਕਰ, ਆਲਸ ਨਾ ਕਰ। ਐਸੇ ਵਾਹਿਗੁਰੂ ਜੀ ਦੇ ਦਾਤੇ ਦੇ ਨਾਮ ਨੂੰ ਜਪਣ ਵਾਸਤੇ ਆਲਸ ਕਰਨਾ ਨਹੀਂ ਬਣ ਆਉਂਦਾ ਹੈ। ਖਸਮ ਬਿਸਾਰ ਆਨ ਕਮ ਲਾਗਹਿ। ਮਹਾਰਾਜ ਜਿਹੜੇ ਖਸਮ ਜੀ ਦੇ, ਪ੍ਰਭੂ ਜੀ ਦੇ, ਪ੍ਰਮਾਤਮਾ ਜੀ ਦੇ ਸਿਮਰਨ ਤੋਂ ਆਲਕੀ ਕਰਦੇ ਨੇ, ਆਲਸੀ ਕਰਦੇ ਨੇ, ਨਹੀਂ ਜਪਦੇ ਹਨ, ਤਿਨਾਂ ਦੀ ਦਸ਼ਾ ਕੈਸੀ ਹੁੰਦੀ ਹੈ? ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਬਚਨ ਨੇ ਨਾ, ਕਾਚ ਬਾਦਰੈ ਲਾਲ ਖੋਈ ਹੈ, ਫਿਰ ਇਹੋ ਅਵਸਰ ਕਦ ਲਹਾ। ਰਤਨ ਵਰਗਾ ਅਮੋਲਕ ਨਾਮ ਕੱਚ ਦੇ ਬਦਲੇ, ਕਹਿਣ ਤੋਂ ਭਾਵ ਵਿਕਾਰਾਂ ਬਦਲੇ ਅਜਾਈ ਗਵਾਰਿਆ। ਮਾਇਆ ਰੂਪੀ ਪਰਛਾਵੇਂ ਦੇ ਪਿੱਛੇ ਦੌੜ ਕੇ ਅਜਾਈ ਗਵਾਰਿਆ। ਫਿਰ ਇਹ ਮਨੁੱਖਾ ਜਨਮ ਦਾ ਸਮਾਂ ਭਾਈ ਤੈਨੂੰ ਕਦੋਂ ਮਿਲੇਗਾ? ਖਸਮ ਵਿਸਾਰ, ਜਿਹੜੇ ਵਾਹਿਗੁਰੂ ਜੀ ਦੇ ਨਾਮ ਨੂੰ ਵਿਸਾਰ ਦਿੰਦੇ ਨੇ, ਨਾਮ ਨੂੰ ਭੁਲਾ ਦਿੰਦੇ ਨੇ, ਆਨ ਹੋਰਨਾਂ ਕੰਮ ਲੱਗ ਗਏ, ਹੋਰਨਾਂ ਕੰਮਾਂ ਦੇ ਵਿੱਚ, ਵਿਕਾਰਾਂ ਦੇ ਵਿੱਚ, ਵਿਵਹਾਰਾਂ ਦੇ ਵਿੱਚ ਲੱਗ ਜਾਂਦੇ ਨੇ ਨਾਮ ਨੂੰ ਵਿਸਾਰ ਕਰਕੇ। ਕੌਡੇ ਬਦਲੇ ਰਤਨ ਤਿਆਗ ਹੈ। ਉਹ ਕੌਡੀਆਂ ਰੂਪੀ ਪਦਾਰਥਾਂ ਦੇ ਬਦਲੇ ਰਤਨ ਰੂਪੀ ਆਪਣੇ ਜਨਮ ਨੂੰ ਅਜਾਈ ਗਵਾ ਰਹੇ ਨੇ। ਇਹ ਜਿਹੜਾ ਜਨਮ ਹੈ ਸਾਧ ਸੰਗਤ ਜੀ, ਜਿਵੇਂ ਰਤਨ ਬੜਾ ਅਮੋਲਕ ਹੈ, ਮਾਣਕ ਅਮੋਲਕ ਹੈ, ਲਾਲ ਅਮੋਲਕ ਹੈ, ਇਵੇਂ ਹੀ ਇਹ ਮਨੁੱਖਾ ਜਨਮ ਅਮੋਲਕ ਹੈ। ਪਰ ਕੱਚੇ ਮਨ ਵਾਲੇ ਵਾਹਿਗੁਰੂ ਜੀ ਦੇ ਸਿਮਰਨ ਤੋਂ ਹੀਣੇ ਕੱਚ ਵਿਕਾਰਾਂ ਤੇ ਵਿਵਹਾਰਾਂ ਦੇ ਬਦਲੇ ਹੀ ਆਪਣੇ ਮਨੁੱਖਾ ਜਨਮ ਨੂੰ ਗਵਾ ਲੈਂਦੇ ਨੇ। ਤੇ ਗਰੀਬ ਨਿਵਾਜ ਜੀ, ਕੀ ਫਿਰ ਕੰਮਕਾਰ ਨਹੀਂ ਕਰਨੇ ਚਾਹੀਦੇ? ਕੰਮਕਾਰ ਛੱਡ ਦਈਏ, ਤਿਆਗ ਦਈਏ ਫਿਰ? ਤੇ ਹਜ਼ੂਰ ਫਰਮਾਵਣਾ ਕਰਦੇ ਨੇ, ਖਸਮ ਵਿਸਾਰ ਕੌਡੇ ਬਦਲੇ ਖਸਮ ਵਿਸਾਰ ਆਨ ਕਮ ਲਾਗਹਿ। ਭਾਈ ਵੱਡਿਆਂ ਸਤਿਗੁਰਾਂ ਦਾ ਤੇ ਬਚਨ ਹੀ ਇਹ ਹੈ, ਕਿਰਤ ਕਰੋ, ਤੇ ਕਿਰਤ ਕਰਦਿਆਂ ਹੋਇਆ ਵੀ ਨਾਮ ਜਪੋ। ਤੇ ਫਿਰ ਜਿਹੜੀ ਕਿਰਤ ਕਮਾਈ ਵਾਹਿਗੁਰੂ ਜੀ ਨੇ ਬਰਕਤ ਪਾ ਕਰਕੇ ਬਖਸ਼ੀ ਹੈ ਨਾ, ਉਸ ਨੂੰ ਵੰਡ ਛਕੋ, ਵੰਡ ਕੇ ਛਕੋ। ਗੁਰੂ ਘਰ ਦਾ ਸਿਧਾਂਤ ਨਹੀਂ ਕੰਮ ਤਿਆਗਣੇ। ਗੁਰੂ ਘਰ ਦਾ ਸਿਧਾਂਤ ਹੈ, ਮਨੁੱਖਾ ਜਨਮ ਉਹ ਗਵਾ ਲੈਂਦੇ ਨੇ ਖਸਮ ਵਿਸਾਰ ਆਨ ਕੰਮ ਲਾਗੇ। ਆਨ ਹੋਰਨਾਂ ਕੰਮਾਂ ਵਿੱਚ ਲੱਗੇ ਹੋਏ ਨੇ, ਪਰ ਖਸਮ ਨੂੰ ਵਿਸਾਰ ਦਿੱਤਾ ਹੈ। ਕੰਮ ਨਹੀਂ ਤਿਆਗਣੇ, ਪਰ ਕੰਮ ਕਰਦਿਆਂ ਕਰਦਿਆਂ ਵਾਹਿਗੁਰੂ ਜੀ ਦੇ ਨਾਮ ਦਾ ਸਿਮਰਨ ਵੀ ਨਹੀਂ ਤਿਆਗਣਾ। ਹਾਥ ਪਾਓ ਕਰ ਕਾਮ ਸਭ ਚੀਤ ਨਿਰੰਜਨ ਨਾਲ। ਜਿਹੜੇ ਕੰਮਕਾਰ ਧੰਦੇ ਤੇ ਧੰਦਾਰ ਵਿਵਹਾਰ ਕਰਦਿਆਂ ਨਾਮ ਜਪਦੇ ਨੇ, ਉਹਨਾਂ ਦੇ ਕੰਮਕਾਰ ਸਫਲੇ ਹੋ ਜਾਂਦੇ ਨੇ, ਕੰਮਾਂ ਕਾਰਾਂ ਦੇ ਅੰਦਰ ਬਰਕਤ ਪੈ ਜਾਂਦੀ ਹੈ, ਵਾਹਿਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਹੋ ਜਾਂਦੀਆਂ ਨੇ। ਤੇ ਨਾਮ ਜਪਣੇ ਦੇ ਨਾਲ ਉਹਨਾਂ ਦੀ ਸੱਚੀ ਸੁੱਚੀ ਕਿਰਤ ਜਿਹੜੀ ਅੰਮ੍ਰਿਤ ਰੂਪ ਹੋ ਜਾਂਦੀ ਹੈ। ਇਸ ਕਰਕੇ ਕੰਮ ਨਹੀਂ ਤਿਆਗਣੇ, ਉਹਨਾਂ ਦਾ ਮੋਹ ਤਿਆਗਣਾ ਹੈ। ਪਿਆਰ ਵਾਹਿਗੁਰੂ ਜੀ ਦੇ ਨਾਲ ਹੱਥ ਕਾਰ ਵੱਲ, ਚਿੱਤ ਨਿਰੰਕਾਰ ਵੱਲ ਲਗਾ ਕਰਕੇ ਕਾਰਜ ਕਰਨੇ ਹਨ ਜੀ।
ਕੌੜੀ ਬਦਲੇ ਰਤਨ ਤਿਆਗ ਹੈ। ਇਸ ਪ੍ਰਕਾਰ ਜਿਹੜੇ ਮਨਮੁਖ ਨੇ ਉਹ ਕੌਡੀ ਕੱਚ ਵਿਕਾਰਾਂ ਦੇ ਬਦਲੇ, ਵਿਵਹਾਰਾਂ ਦੇ ਬਦਲੇ ਜਨਮ ਜਿਹੜਾ ਹੈ ਰਤਨ ਵਰਗਾ ਅਮੋਲਕ ਉਹ ਖੋ ਲੈਂਦੇ, ਨਾਸ਼ ਕਰ ਲੈਂਦੇ ਨੇ। ਗੁਰਸਿੱਖੋ, ਕੰਮ ਕਾਰ ਕਰਦਿਆਂ ਰਤਨ ਸਰੂਪ ਕੀਮਤੀ ਨਾਮ ਨੂੰ ਜਪਣਾ ਹੈ ਤੇ ਵਿਵਹਾਰਾਂ ਦੇ ਮੋਹ ਨੂੰ ਤਿਆਗਣਾ ਹੈ। ਇਸ ਪ੍ਰਕਾਰ ਉਹਨਾਂ ਦੀ ਹਿਰਦੇ ਦੇ ਅੰਦਰ ਪਕੜ ਨਹੀਂ ਰੱਖਣੀ। ਵਿਵਹਾਰ ਸਫਲੇ, ਕਾਰੋਬਾਰਾਂ ਵਿੱਚ ਤਰੱਕੀਆਂ ਤੇ ਵਾਹਿਗੁਰੂ ਜੀ ਦੀ ਨਦਰ ਪ੍ਰਾਪਤ ਹੋ ਜਾਵੇਗੀ। ਵਿਸਰਾਮ ਦੇ ਕਰਕੇ ਹਜ਼ੂਰ ਫਰਮਾਉਂਦੇ ਹਨ ਜੀ, ਪ੍ਰਭੂ ਤਿਆਗ ਲਾਗਤ ਅਨ ਲੋਭਾ। ਜਿਨ੍ਹਾਂ ਭੁੱਲੜਾਂ ਨੇ ਪ੍ਰਭੂ ਪਰਮਾਤਮਾ ਵਾਹਿਗੁਰੂ ਜੀ ਦੇ ਨਾਮ ਦੇ ਸਿਮਰਨ ਨੂੰ ਤਿਆਗ ਕਰਕੇ ਲਾਗਤ ਲੱਗੇ ਹੋਏ ਨੇ ਅਨ ਲੋਭਾ, ਹੋਰਨਾਂ ਲੋਭਾਂ ਦੇ ਵਿੱਚ, ਪਦਾਰਥਾਂ ਦੇ ਲੋਭ ਵਿੱਚ, ਰਸਾਂ ਕਸਾਂ ਦੇ ਲੋਭ ਵਿੱਚ, ਭੋਗਾਂ ਦੇ ਲੋਭ ਦੇ ਵਿੱਚ। ਇਸੇ ਪ੍ਰਕਾਰ ਹਜ਼ੂਰ ਫਰਮਾਵਣਾ ਕਰਦੇ ਨੇ ਅਨ ਬੇਅੰਤ ਪ੍ਰਕਾਰ ਦੇ ਲੋਭ ਮਨ ਦੇ ਵਿੱਚ ਲਗਾ ਕਰਕੇ ਜਿਨ੍ਹਾਂ ਨੇ ਪ੍ਰਭੂ ਜੀ ਦੇ ਸਿਮਰਨ ਨੂੰ ਤਿਆਗ ਦਿੱਤਾ, ਭੁਲਾ ਦਿੱਤਾ ਹੋਇਆ ਹੈ। ਦਾਸ ਸਲਾਮ ਕਰਤ ਕਤ ਸ਼ੋਭਾ। ਦਾਸ ਸੱਸੇ ਨੂੰ ਸਿਹਾਰੀ ਹੈ ਤੇ ਅਰਥ ਬਣੇਗਾ ਦਾਸੀ। ਪਰਮਾਤਮਾ ਜੀ ਨੂੰ ਤੇ ਤਿਆਗ ਦਿੱਤਾ ਹੈ ਤੇ ਪਦਾਰਥਾਂ ਦੇ ਲੋਭ ਵਿੱਚ, ਮਾਇਆ ਦੇ ਲੋਭ ਵਿੱਚ ਲੱਗ ਕਰਕੇ ਦਾਸ ਸਲਾਮ, ਦਾਸੀ ਤੋਂ ਭਾਵ ਹੈ ਮਾਇਆ ਅੱਗੇ ਡੰਡੌਤਾਂ ਕਰਦੇ ਨੇ, ਮਾਇਆ ਨੂੰ ਮੱਥੇ ਟੇਕਦੇ ਨੇ, ਮਾਇਆ ਧਾਰੀਆਂ ਅੱਗੇ ਡੰਡੌਤਾਂ ਨਮਸਕਾਰਾਂ ਕਰਦੇ ਨੇ, ਪ੍ਰਣਾਮ ਕਰਦੇ ਨੇ। ਕਤ ਸੋਭਾ। ਤੇ ਭਾਈ ਵਾਹਿਗੁਰੂ ਨੂੰ ਛੱਡ ਕੇ, ਦਾਤੇ ਨੂੰ ਛੱਡ ਕੇ, ਰਾਜਿਆਂ ਦੇ ਰਾਜੇ ਨੂੰ ਛੱਡ ਕੇ ਤੇ ਦਾਸੀ ਨੂੰ ਲੋਭ ਵਸ ਹੋ ਕਰਕੇ ਮੱਥੇ ਟਕਣੇ, ਫਿਰ ਸੋਭਾ ਕਿਵੇਂ ਪ੍ਰਾਪਤ ਹੋਵੇਗੀ? ਸੋਭਾ ਨਹੀਂ ਪ੍ਰਾਪਤ ਹੋ ਸਕਦੀ ਹੈ। ਸੋ ਇਸੇ ਹੀ ਪ੍ਰਕਾਰ ਦਾਸ ਸਲਾਮ ਕਰਤ ਕਤ ਸ਼ੋਭਾ। ਭਾਈ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਤੇਰੇ ਹਿਰਦੇ ਦੇ ਅੰਦਰ ਵਾਹਿਗੁਰੂ ਜੀ ਦੀ ਜੋਤ ਹੈ, ਵਾਹਿਗੁਰੂ ਜੀ ਦੀ ਚੇਤਨ ਸੱਤਾ ਹੈ, ਵਾਹਿਗੁਰੂ ਦੀ ਅੰਸ਼ ਹੈ ਤੂੰ। ਤੇ ਜੇ ਸਰੂਪ ਰੂਪ ਨੂੰ ਪ੍ਰਾਪਤ ਕਰ ਲਵੇ ਨਾ ਤੇ ਅਬ ਤਾਉ ਜਾਏ ਚੜੇ ਸਿੰਘਾਸਨ, ਮਿਲੇ ਹੈ ਸਾਰਿੰਗ ਪਾਣੀ। ਰਾਮ ਕਬੀਰਾ ਏਕ ਭਏ ਹੈ, ਕੋਈ ਨਾ ਸਕੈ ਪਛਾਨੀ। ਜੋਤ ਰੂਪ ਹੋਣੇ ਕਰਕੇ ਤੂੰ ਵਾਹਿਗੁਰੂ ਜੀ ਦੀ ਜੋਤ ਤੇਰੇ ਹਿਰਦੇ ਦੇ ਅੰਦਰ ਹੈ। ਮਨ ਤੂੰ ਜੋਤ ਸਰੂਪ ਹੈ ਤੂੰ ਜੋਤ ਸਰੂਪ। ਨਰਪਤ ਏਕ ਸਿੰਘਾਸਨ ਸੋਇਆ, ਸੁਪਨੇ ਭਇਆ ਭਿਖਾਰੀ। ਅਸ਼ਤ ਰਾਜ ਵਿਸ਼ਰਤ ਦੁਖ ਪਾਇਆ, ਸੋਗਤ ਪਈ ਹਮਾਰੀ। ਵਾਹਿਗੁਰੂ ਜੀ ਦੀ ਚੇਤਨ ਸੰਤਾ ਅੰਸ਼ ਹੋਣੇ ਕਰਕੇ ਹੈ ਤੇ ਇਹ ਰਾਜਾ, ਪਰ ਦਾਸ ਸਲਾਮ ਕਰਤ। ਜੋ ਵਾਹਿਗੁਰੂ ਜੀ ਦੀ ਦਾਸੀ ਮਾਇਆ ਹੈ ਉਸ ਨੂੰ ਸਲਾਮਾ ਕਰੀ ਜਾਂਦਾ ਹੈ, ਉਸ ਨੂੰ ਮੱਥੇ ਟੇਕਦਾ ਹੈ। ਆਪ ਵਾਹਿਗੁਰੂ ਜੀ ਦਾ ਸਰੂਪ ਹੈ ਤੇ ਮੱਥੇ ਟੇਕਦਾ ਦਾਸੀ ਨੂੰ। ਤੇ ਸਾਧ ਸੰਗਤ ਜੀ, ਕੋਈ ਪਾਤਸ਼ਾਹ ਤਖਤਾਂ ਦਾ ਮਾਲਕ ਤਖਤ ਤੋਂ ਉੱਠ ਕਰਕੇ ਦਾਸੀ ਨੂੰ ਪ੍ਰਣਾਮਾ ਡੰਡੌਤਾ ਕਰੀ ਜਾਵੇ ਤੇ ਕਦੋਂ ਸੋਭਾ ਪਾਵੇਗਾ? ਨਹੀਂ ਪਾ ਸਕਦਾ ਹੈ। ਇਸੇ ਪ੍ਰਕਾਰ ਹਜ਼ੂਰ ਫਰਮਾਵਣਾ ਕਰਦੇ ਨੇ, ਭਾਈ ਮਾਇਆ ਤਾਂ ਦਾਸੀ ਹੈ, ਨਾਮ ਨੂੰ ਜਪਣਾ ਕਰੇ ਤੇ ਦਾਸੀ ਬਣ ਕਰਕੇ ਮਾਇਆ ਦਾਸੀ ਭਗਤਾਂ ਕੀ ਕਾਰ ਕਮਾਵੈ, ਚਰਨੀ ਲਾਗੈ ਤਾਂ ਮਹਿਲ ਪਾਵੈ। ਤੇਰੇ ਚਰਨਾਂ ਦੀ ਦਾਸੀ ਹੋ ਜਾਵੇਗੀ ਜਿਸ ਵੇਲੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਰੂਪੀ ਚਰਨਾਂ ਤੇ, ਪ੍ਰਤੱਖ ਚਰਨਾਂ ਤੇ, ਦਿਸ਼ਠਾਨ ਰੂਪੀ ਚਰਨਾਂ ਤੇ ਡੰਡੌਤ ਕਰੇਗਾ। ਤੇ ਫਿਰ ਕਤ ਤੇਰੀ ਜਤ ਕਤ ਲੋਕ ਪਰਲੋਕ ਦੇ ਵਿੱਚ ਸੋਭਾ ਵੱਡੀ ਭਾਰੀ ਵਡਿਆਈ ਹੋਵੇਗੀ। ਅੰਮ੍ਰਿਤ ਰਸ ਖਾਵਹਿ ਖਾਨ ਪਾਨ। ਜਿਸ ਵਾਹਿਗੁਰੂ ਜੀ ਦੇ ਅਨੁਕੰਪਾ ਦੇ ਨਾਲ, ਅਨੁਗ੍ਰਹਿ ਦੇ ਨਾਲ, ਕਿਰਪਾ ਦੇ ਨਾਲ ਅੰਮ੍ਰਿਤ ਰਸ ਖਾਵਹਿ। ਜਿਹ ਪ੍ਰਸਾਦ ਛੱਤੀ ਅੰਮ੍ਰਿਤ ਖਾਹੇ, ਤਿਸ ਠਾਕੁਰ ਕੋ ਰਖ ਮਨ ਮਾਹੇ। 36 ਪ੍ਰਕਾਰ ਦੇ ਜਿਹੜੇ ਭੋਜਨ ਨੇ 6 ਰਸਾਂ ਵਾਲੇ ਖਾਵਹਿ, ਖਾਣਾ ਕਰਦਾ ਹੈ। ਖਾਨ ਘਰ ਦੇ ਵਿੱਚ ਵਸਣਾ ਕਰਦਾ ਹੈ, ਪਾਨ ਪਦਾਰਥਾਂ ਨੂੰ ਪੀਣਾ ਕਰਦਾ ਹੈ। ਇਸੇ ਪ੍ਰਕਾਰ ਅਕਾਲ ਪੁਰਖ ਵਾਹਿਗੁਰੂ ਜੀ ਦਿੱਤੇ ਹੋਏ ਭੋਜਨ ਖਾਣਿਆਂ ਨੂੰ ਖਾਵਹਿ, ਖਾਣਾ ਕਰਦਾ ਹੈ। ਤੇ ਜਲ ਇਤਿਆਦਿਕ, ਦੁੱਧ ਇਤਿਆਦਿਕ ਪਦਾਰਥਾਂ ਨੂੰ ਅੰਮ੍ਰਿਤ ਵਰਗਿਆਂ ਨੂੰ ਪੀਂਦਾ ਹੈ। ਜਿਨ ਦੀਏ ਤਿਸਹਿ ਨਾ ਜਾਣਹਿ ਸੁਆਨ। ਤੇ ਜਿਹੜਾ ਸਾਰੇ ਭੋਜਨਾਂ ਨੂੰ ਖਾਂਦਾ ਹੈ, ਪੇ ਪਦਾਰਥਾਂ ਪੀਣ ਵਾਲਿਆਂ ਨੂੰ ਪੀਂਦਾ ਹੈ, ਪਰ ਦਾਤੇ ਨੂੰ ਜਾਣਦਾ ਹੀ ਨਹੀਂ। ਜਿਸ ਦਾਤੇ ਨੇ ਸਾਰੇ ਪਦਾਰਥ ਦਿੱਤੇ ਤਿਸਹਿ ਨਾ ਜਾਣਹਿ ਸੁਆਨ। ਤੇ ਸੁਆਨ ਦਾ ਅਰਥ ਹੁੰਦਾ ਕੁੱਤਾ। ਇਹ ਕੁੱਤੇ ਬਿਰਤੀ ਵਾਲਾ, ਲੋਭ ਬਿਰਤੀ ਵਾਲਾ ਐਸਾ ਜੀਵ ਹੈ, ਪਦਾਰਥ ਤਾਂ ਦਿੱਤੇ ਖਾਈ ਜਾਂਦਾ ਪਰ ਦਾਤੇ ਨੂੰ ਨਹੀਂ ਜਾਣਦਾ। ਦਾਤ ਪਿਆਰੀ ਵਿਸਰਿਆ ਦਾ ਤਾਰਾ। ਸਾਧ ਸੰਗਤ ਜੀ, ਕੁੱਤੇ ਦਾ ਗੁਣ ਇਹ ਹੈ ਕਿ ਵਫਾਦਾਰ ਬੜਾ ਹੈ।
ਸੁਆਮੀ ਕੋ ਗ੍ਰਿਹ ਜਿਉ ਸਦਾ ਸਵਾਨ ਤਜ ਤਨਹਿ ਨਿਤ। ਨਾਨਕ ਇਹ ਬਿਦ ਹਰ ਭਜਾਓ ਇੱਕ ਮਨ ਹੋਏ ਇੱਕ ਚਿੱਤ। ਜਿਹਦਾ ਮਾਲਕ ਸਿਰ ਤੇ ਹੈ, ਜਿਹੜਾ ਸੁਆਮੀ ਦਾ ਵਫਾਦਾਰ ਕੁੱਤਾ ਹੈ ਮਾਲਕ ਦਾ, ਉਸ ਦੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਗੁਣ ਦੀ ਸ਼ਲਾਘਾ ਕੀਤੀ ਹੈ। ਪਰ ਜਿਹੜਾ ਮਾਲਕ ਦਾ ਨਹੀਂ ਨਾ ਬਣ ਕੇ ਰਹਿੰਦਾ, ਅਵਾਰਾ ਹੋ ਜਾਂਦਾ ਹੈ। ਕਦੀ ਇੱਕ ਦਰਵਾਜ਼ੇ ਤੇ ਜਾ ਖੜਦਾ ਹੈ, ਬੁਰਕੀ ਮਿਲ ਗਈ, ਕਿਸੇ ਨੇ ਸਿਰ 'ਚ ਡਾਂਗ ਵੀ ਮਾਰਤੀ, ਕਿਸੇ ਨੇ ਦਬਕਾ ਮਾਰ ਕੇ ਭਜਾਤਾ, ਫਿਰ ਦੂਜੇ ਦਰਵਾਜ਼ੇ ਅੱਗੇ, ਫਿਰ ਤੀਜੇ ਦਰਵਾਜ਼ੇ ਅੱਗੇ, ਘਰ ਘਰ ਜਾ ਕਰਕੇ ਟੁੱਕੜ ਮੰਗਦਾ ਹੈ। ਤੇ ਉਸ ਲੋਭੀ ਕੁੱਤੇ ਦਾ ਢਿੱਡ ਨਹੀਂ ਭਰਦਾ, ਤ੍ਰਿਪਤੀ ਨਹੀਂ ਹੁੰਦੀ ਹੈ। ਇਸੇ ਪ੍ਰਕਾਰ ਸੁਆਮੀ ਮਾਲਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਲਗੀਧਰ ਸਾਹਿਬ ਜੀ ਦਾ ਦਰ ਛੱਡ ਕੇ ਤੇ ਦੁਆਰਿਆਂ ਤੇ ਭਟਕਦਾ ਹੈ। ਕਦੀ ਕਿਸੇ ਦੇਵੀ ਦੇ ਦਰ ਤੇ, ਕਦੀ ਕਿਸੇ ਦੇਵਤੇ ਦੇ ਦਰ ਤੇ, ਕਦੇ ਮੜੀਆਂ ਤੇ, ਕਦੇ ਮੱਟਾਂ ਤੇ, ਕਦੇ ਕਬਰਾਂ ਤੇ ਬੜਾ ਭਰਮਦਾ ਹੈ। ਕਿਤੇ ਉਹ ਟੁੱਕੜ ਮਿਲਦਾ, ਕਿਤੇ ਉਹ ਨਹੀਂ ਮਿਲਦਾ, ਕਿਤੇ ਸਿਰ 'ਚ ਡਾਂਗ। ਕਹਿਣ ਤੋਂ ਭਾਵ ਆਪਣਾ ਮਨੁੱਖਾ ਜਨਮ ਹੀ ਅਜਾਈਂ ਗਵਾ ਲੈਂਦਾ ਹੈ। ਇਸ ਪ੍ਰਕਾਰ ਹਜ਼ੂਰ ਫਰਮਾਵਣਾ ਕਰਦੇ ਨੇ, ਇਹ ਆਵਾਰਾ ਕੁੱਤੇ ਵਰਗਾ ਹੋ ਰਿਹਾ, ਦਰ ਦਰ ਤੇ ਟੁੱਕੜ ਮੰਗਦਾ ਫਿਰਦਾ, ਹਿਰਦੇ ਨੂੰ ਤ੍ਰਿਪਤ ਨਹੀਂ ਆਉਂਦੀ। ਤੇ ਜਿਹੜਾ ਸਾਰੇ ਪਦਾਰਥਾਂ ਦਾ ਦਾਤਾ ਵਾਹਿਗੁਰੂ ਹੈ, ਇਹ ਲੋਭੀ ਹੋਇਆ ਜੀਵ ਲੋਭੀ ਕੁੱਤੇ ਵਰਗਾ ਉਸ ਪਰਮਾਤਮਾ ਜੀ ਨੂੰ ਨਹੀਂ ਜਾਣਦਾ ਹੈ। ਕਹੋ ਨਾਨਕ ਹਮ ਲੂਣ ਹਰਾਮੇ। ਤੇ ਗਰੀਬ ਸੱਚੇ ਪਾਤਸ਼ਾਹ ਜੀ, ਅਸੀਂ ਵੀ ਅਗਿਆਤ ਤੇ ਭੁੱਲਣਾ, ਨਾਮ ਤੇ ਸਾਨੂੰ ਵੀ ਵਿਸਰ ਜਾਂਦਾ ਹੈ। ਇਹ ਲੋਭ ਰੂਪੀ ਵਿਕਾਰ ਤੇ ਸਾਡੇ ਹਿਰਦੇ 'ਚ ਵੀ ਹੈ। ਫਿਰ ਅਸੀਂ ਇਸ ਵਿਕਾਰ ਤੋਂ ਕਿਵੇਂ ਬਚ ਜਾਈਏ? ਤੇ ਹਜ਼ੂਰ ਫਰਮਾਵਣਾ ਕਰਦੇ ਨੇ, ਪਿਆਰਿਓ, ਗੁਰ ਪਰਮੇਸ਼ਰ ਜੀ ਦੇ ਚਰਨਾਂ ਵਿਖੇ ਅਰਦਾਸ ਕਰਨਾ ਕਰੋ। ਕਹੋ ਨਾਨਕ, ਹਜ਼ੂਰ ਫਰਮਾਉਂਦੇ ਨੇ, ਕਹੋ ਕਹਿਣਾ ਕਰੋ, ਗੁਰੂ ਕੇ ਚਰਨਾਂ 'ਚ ਅਰਦਾਸ ਕਹਿਣਾ ਕਰੋ। ਹਜ਼ੂਰ ਕੀ ਅਰਦਾਸ ਕਹੀਏ? ਹਮ ਲੂਣ ਹਰਾਮੀ। ਸੱਚੇ ਪਾਤਸ਼ਾਹ, ਅਸੀਂ ਦੁਸ਼ਕਰਮੀ ਹਾਂ, ਅਸੀਂ ਕੁਕਰਮੀ ਹਾਂ, ਵਿਭਚਾਰੀ ਹਾਂ, ਲੂਣ ਹਰਾਮੀ ਹਾਂ। ਮਹਾਰਾਜ ਆਪ ਜੀ ਦੇ ਕੀਤੇ ਸਮੱਗਰ ਪਰਉਪਕਾਰਾਂ ਨੂੰ ਜਾਣ ਹੀ ਨਹੀਂ ਸਕਦੇ ਆ। ਸੱਚੇ ਪਾਤਸ਼ਾਹ ਲੂਣ ਹਰਾਮੀ ਕਿਹਾ ਜਾਂਦਾ, ਲੂਣ ਖਾ ਕੇ ਹਰਾਮ ਕਰ ਦੇਵੇ, ਵਫਾਦਾਰ ਨਾ ਰਵੇ। ਮਹਾਰਾਜ, ਅਸੀਂ ਗੁਨਾਹਗਾਰ ਹਾਂ, ਅਸੀਂ ਖਤੇ ਬਹੁਤ ਕਮਾਵਦੇ, ਬੜੇ ਗੁਨਾਹ ਕਰਦੇ ਹਾਂ। ਗੁਨਾਹਗਾਰ ਹੋਣੇ ਦੇ ਕਾਰਨ ਅਸੀਂ ਲੂਣ ਹਰਾਮੀ ਹਾਂ। ਬਖਸ਼ ਲਿਓ ਪ੍ਰਭ ਅੰਤਰਜਾਮੇ। हे ਅੰਤਰਜਾਮੀ ਪ੍ਰਭੂ ਪਰਮਾਤਮਾ ਜੀ, ਕਿਰਪਾ ਕਰਕੇ ਗੁਰੂ ਸਦਕੇ ਸਾਨੂੰ ਬਖਸ਼ ਲਵੋ। ਇਸੇ ਪ੍ਰਕਾਰ ਬਖਸ਼ ਲਿਓ ਪ੍ਰਭ ਅੰਤਰਜਾਮੀ। ਪ੍ਰਭੂ ਪਰਮਾਤਮਾ ਜੀ ਦੇ ਸਰਗੁਣ ਸਰੂਪ ਅੰਤਰਜਾਮੀ ਸਤਿਗੁਰੂ ਸੱਚੇ ਪਾਤਸ਼ਾਹ ਗਰੀਬ ਨਿਵਾਜ ਜੀ, ਕਿਰਪਾਲਤਾ ਕਰਕੇ ਸਾਨੂੰ ਸਾਡੇ ਗੁਨਾਹਾਂ ਨੂੰ ਬਖਸ਼ ਲੈਣਾ ਕਰੋ। ਮਹਾਰਾਜ, ਜੇਕਰ ਸਾਡੇ ਕਰਮਾਂ ਦੀ ਗਿਣਤੀ ਕਰੋਗੇ ਫਿਰ ਨਹੀਂ ਅਸੀਂ ਛੁੱਟਣਾ। ਲੇਖਾ ਕਤਹਿ ਨਾ ਛੂਟੀਐ, ਖਿਨ ਖਿਨ ਭੂਲਨਹਾਰ। ਖਿਨ ਖਿਨ ਮਾਤਰ ਸਮੇਂ ਦੇ ਅੰਦਰ ਤੇ ਗੁਨਾਹਗਾਰ ਹੋ ਜਾਂਦੇ ਆ। ਕਦੇ ਨੇਤਰਾਂ ਕਰਕੇ ਗੁਨਾਹਗਾਰ, ਕਦੇ ਕੰਨਾਂ ਕਰਕੇ ਮੈਲਾ ਸੁਣ ਕੇ ਗੁਨਾਹਗਾਰ, ਕਦੇ ਰਸਨਾ ਕਰਕੇ ਮੈਲਾ ਬੋਲ ਕੇ ਗੁਨਾਹਗਾਰ, ਕਦੇ ਹਿਰਦੇ ਕਰਕੇ ਮੈਲਾ ਸੋਚ ਕੇ ਗੁਨਾਹਗਾਰ, ਕਦੇ ਹੱਥਾਂ ਦੇ ਨਾਲ ਬੁਰਾ ਕਰਮ ਕਰਕੇ ਗੁਨਾਹਗਾਰ, ਕਦੇ ਪੈਰਾਂ ਨਾਲ ਕੁਸੰਗਤ ਵਿੱਚ ਜਾਣੇ ਕਰਕੇ ਗੁਨਾਹਗਾਰ। ਮਹਾਰਾਜ, ਖਿਨ ਖਿਨ ਮਾਤਰ ਦੇ ਅੰਦਰ ਗੁਨਾਹ ਕਰਦੇ ਆ। ਇਸ ਕਰਕੇ ਲੇਖਾ ਕਤਹਿ ਨਾ ਛੂਟੀਐ, ਖਿਨ ਖਿਨ ਭੂਲਨਹਾਰ। ਬਖਸ਼ਨਹਾਰ ਬਖਸ਼ ਲੈ, ਨਾਨਕ ਪਾਰ ਉਤਾਰ। ਹੈ ਬਖਸ਼ਿੰਦ ਸਤਿਗੁਰੂ ਜੀ, ਬਖਸ਼ਨਹਾਰ ਸਤਿਗੁਰੂ ਜੀ, ਕਿਰਪਾ ਕਰਕੇ ਸਾਨੂੰ ਬਖਸ਼ ਲਓ, ਸੰਸਾਰ ਸਾਗਰ ਤੋਂ ਸਾਡਾ ਪਾਰ ਉਤਾਰਾ ਕਰ ਦੇਵੋ। ਬਖਸ਼ ਲਿਓ ਪ੍ਰਭ ਅੰਤਰ ਜਾਮੀ। ਅੰਤਰ ਹੈ ਅੰਦਰ ਦੇ ਜਾਮੀ, ਜਾਣਨ ਵਾਲੇ ਸਤਿਗੁਰੂ ਜੀ, ਕਿਰਪਾਲਤਾ ਕਰਕੇ ਸਾਡੇ ਸਾਰੇ ਗੁਨਾਹਾਂ ਨੂੰ ਬਖਸ਼ ਲੈਣਾ ਕਰੋ। ਸਾਨੂੰ ਭਾਵੇਂ ਆਪਣੀ ਗੁਨਾਹਾਂ ਦੀ ਗਿਣਤੀ ਨਹੀਂ ਆਉਂਦੀ, ਪਰ ਸਾਡੇ ਸਾਰੇ ਗੁਨਾਹ ਆਪ ਜੀ ਦੀ ਨਜ਼ਰ ਥੱਲੇ ਨੇ, ਇਸ ਕਰਕੇ ਸਾਰੇ ਹੀ ਬਖਸ਼ ਲਵੋ। ਜੇ ਅਸੀਂ ਗਿਣ ਕੇ ਬਖਸ਼ਾਵਾਂਗੇ ਤੇ ਥੋੜੇ ਗਿਣੇ ਜਾਣੇ, ਬਹੁਤੇ ਰਹਿ ਜਾਣੇ ਨੇ। ਪਰ ਜੇ ਆਪ ਜੀ ਬਖਸ਼ੋਗੇ ਤੇ ਫਿਰ ਸਾਰੇ ਹੀ ਬਖਸ਼ ਦੇਵੋਗੇ। ਅਸੰਖ ਖਤੇ, ਅਸੰਖਾਂ ਅਣਗਿਣਤ ਗੁਨਾਹਾਂ ਨੂੰ ਖਿਨ ਬਖਸ਼ਨਹਾਰਾ। ਖਿਨ ਮਾਤਰ ਸਮੇਂ ਦੇ ਅੰਦਰ ਬਖਸ਼ਿੰਦ ਜੀ ਬਖਸ਼ ਲੈਂਦੇ ਹੋ। ਇਸ ਕਰਕੇ ਸਾਨੂੰ ਲੂਣ ਹਰਾਮੀਆਂ ਨੂੰ, ਸਾਨੂੰ ਲੋਭੀਆਂ ਨੂੰ, ਸਾਨੂੰ ਵਿਕਾਰੀਆਂ ਨੂੰ, ਵਿਭਚਾਰੀਆਂ ਨੂੰ, ਪਾਪੀਆਂ ਨੂੰ, ਪਖੰਡੀਆਂ ਨੂੰ, ਗਰੀਬ ਨਿਵਾਜ ਅਧਰਮੀਆਂ ਨੂੰ, ਕੁਕਰਮੀਆਂ ਨੂੰ ਸ਼ਰਨ ਵਿੱਚ ਪਏ ਜਾਣ ਕਰਕੇ ਬਖਸ਼ ਲੈਣਾ ਕਰੋ। ਆਪ ਜੀ ਦਾ ਬਿਰਧ ਹੈ, ਜੋ ਸਰਣ ਆਵੈ ਤਿਸ ਕੰਠ ਲਾਵੈ। ਇਹ ਬਿਰਧ ਸੁਆਮੀ ਸੰਦਾ ਮਹਾਰਾਜ, ਆਪਣੇ ਦਰ ਪਿਆਂ ਦੀ, ਸ਼ਰਨ ਪਿਆਂ ਦੀ ਲੱਜਾ ਰੱਖ ਲੈਣਾ ਕਰੋ। ਕਿਰਪਾਲਤਾ ਕਰਕੇ ਸਾਨੂੰ ਬਖਸ਼ ਲਓ ਜੀ। ਇਸ ਪ੍ਰਕਾਰ ਜਿਹੜੇ ਨਾਮ ਤੋਂ ਬੇਮੁਖ ਨੇ ਉਹਨਾਂ ਦੀ ਦਸ਼ਾ ਤੇ ਨਾਮ ਦਾ ਮਹਾਤਮ, ਤੇ ਜਿਹੜੇ ਸਤਿਗੁਰੂ ਜੀ ਦੇ ਦਰ ਤੇ ਆਉਂਦੇ ਨੇ, ਸਤਿਗੁਰੂ ਜੀ ਫਿਰ ਅਰਦਾਸ ਕਰਨੇ ਦੀ ਜਾਂਚ ਵੀ ਪਾਵਨ ਉਪਦੇਸ਼ ਦੁਆਰਾ ਆਪ ਸਿਖਾਲਣਾ ਕਰਦੇ ਨੇ। ਹਜ਼ੂਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਕਿਰਪਾਲਤਾ ਕਰੋ। ਜੋ ਆਪ ਜੀ ਦੇ ਪਾਵਨ ਉਪਦੇਸ਼ ਦੀ
ਵਿਚਾਰ ਆਪ ਜੀ ਦੇ ਚਰਨਾਂ ਵਿਖੇ ਸੰਗਤਾਂ ਦੇ ਸਮਕਸ਼ ਪ੍ਰਗਟ ਕਰੀ ਹੈ। ਸਾਡੇ ਸਾਰਿਆਂ ਦੇ ਹਿਰਦੇ ਦੇ ਅੰਦਰ ਵਸਾ ਦੇਵੋ। ਪੜਿਆ ਸੁਣਿਆ ਲੇਖੇ ਵਿੱਚ ਪੈ ਜਾਵੇ। ਆਪਣੇ ਬਣਾ ਕਰਕੇ ਸਾਨੂੰ ਰੱਖ ਲੈਣਾ ਕਰੋ। ਗਰੀਬ ਨਿਵਾਜ ਸਾਡੇ ਗੁਨਾਹ ਨਾ ਦੇਖ ਕਰਕੇ ਸ਼ਰਨ ਪਿਆਂ ਦੀ ਲੱਜਾ ਰੱਖ ਲਵੋ। ਸਤਿਗੁਰੂ ਕਲਗੀਧਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਿਰਪਾਲਤਾ ਕਰਨ, ਸਭਨਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨ, ਯਾਤਰਾ ਸਫਲ ਕਰਨ, ਦਰੋਂ ਕਰੋ ਗੁਰਸਿੱਖੀ ਜੀਵਨ ਬਖਸ਼ ਕਰਕੇ ਕਿਰਤਾਰਥ ਕਰਨ। ਸਾਧ ਸੰਗਤ ਨੇ ਵੀ ਹੋਈਆਂ ਭੁੱਲਾਂ ਦੀ ਖਿਮਾ ਅੱਗੇ ਵਾਸਤੇ ਸੁਮਤ ਬਖਸ਼ਣੀ ਜੀ। ਕਹੋ ਨਾਨਕ ਹਮ ਲੂਣ ਹਰਾਮੀ ਬਖਸ਼ ਲੇਹੁ ਪ੍ਰਭ ਅੰਤਰ ਜਾਮੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।